हाँ जी, सत श्री अकाल जी साਰਿਆਂ ਨੂੰ। ਗਿਆਨਮ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਜੀ ਡੀਪੀਐਸਪੀ ਦੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਪੰਜਾਬੀ ਵਿੱਚ ਇਹਨਾਂ ਨੂੰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਵੀ ਕਿਹਾ ਜਾਂਦਾ ਹੈ ਜੀ। ਇਹਦੇ ਵਿੱਚ ਕੀ ਹੈ ਜੀ, ਜੇਕਰ ਇਹ ਆਪਣੇ ਸੰਵਿਧਾਨ ਬਣਾਉਣ ਵਾਲਿਆਂ ਨੇ ਆਪਣੀਆਂ ਭਵਿੱਖ ਵਾਲੀਆਂ ਆਉਣ ਵਾਲੀਆਂ ਸਰਕਾਰਾਂ ਨੂੰ ਇੱਕ ਰਸਤਾ ਦਿਖਾਇਆ ਹੈ, ਇੱਕ ਇੰਸਟਰਕਸ਼ਨਸ ਦੇਣ ਦਾ ਕੰਮ ਕੀਤਾ ਹੈ, ਜਿਹਦੇ ਕਰਕੇ ਕੀ ਹੈ ਮਤਲਬ ਆਉਣ ਵਾਲੀਆਂ ਸਰਕਾਰਾਂ ਭਵਿੱਖ ਦੇ ਵਿੱਚ ਆਪਣੇ ਆਮ ਲੋਕਾਂ ਦੇ ਲਈ ਪਾਲਿਸੀਜ਼ ਨੂੰ ਫਰੇਮ ਕਰ ਸਕਦੀਆਂ ਨੇ। ਐਜ਼ ਏ ਸਟੂਡੈਂਟ ਅਗਰ ਤੁਸੀਂ ਮੇਰੇ ਤੋਂ ਪੁੱਛੋ ਕਿ ਸਰ ਸਾਨੂੰ ਕੀ ਮਤਲਬ ਪੇਪਰ ਕਲੀਅਰ ਕਰਨ ਲਈ ਕੀ ਚਾਹੀਦਾ, ਮੈਂ ਤੁਹਾਨੂੰ ਕਹੂੰਗਾ ਜੀ ਤੁਹਾਨੂੰ ਇਹ ਬੁੱਕਸ ਫੋਲੋ ਕਰਨੀਆਂ ਚਾਹੀਦੀਆਂ ਨੇਗੀਆਂ। ਇਸ ਤੋਂ ਇਲਾਵਾ ਤੁਹਾਨੂੰ ਮੌਕ ਟੈਸਟ ਲਗਾਉਣੇ ਚਾਹੀਦੇ ਨੇਗੇ, ਆਪਣਾ ਸਿਲੇਬਸ ਜਿਹੜਾ ਹੈਗਾ ਉਸ ਦੇ ਪ੍ਰੀਵੀਅਸ ਈਅਰ ਕੁਐਸਚਨ ਸੋਲਵ ਕਰਨੇ ਚਾਹੀਦੇ ਨੇ, ਆਪਦੇ ਸਿਲੇਬਸ ਨੂੰ ਦੇਖ ਕੇ ਜਿਹੜਾ ਹੈ ਤਿਆਰੀ ਕਰਨੀ ਚਾਹੀਦੀ ਹੈ। ਤਾਂ ਮੈਂ ਇਹ ਤੁਹਾਨੂੰ ਕੀ ਕਰ ਰਿਹਾ ਜੀ, ਕੁਝ ਇੰਸਟਰਕਸ਼ਨਸ ਦੇ ਰਿਹਾ ਜਿਹੜੀਆਂ ਕਿ ਤੁਸੀਂ ਆਪਦੇ ਪੇਪਰ ਦੇ ਲਈ ਫੋਲੋ ਕਰ ਸਕਦੇ ਹੋ। ਉਸੇ ਤਰੀਕੇ ਨਾਲ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕੀ ਕਰਦੇ ਨੇ ਜੀ, ਆਪਣੀਆਂ ਫਿਊਚਰ ਗਵਰਨਮੈਂਟਸ ਨੂੰ ਇੰਸਟਰਕਸ਼ਨਸ ਦੇਣ ਦਾ ਕੰਮ ਕਰਦੇ ਨੇ ਕਿ ਉਹਨਾਂ ਨੇ ਜੇਕਰ ਸਰਕਾਰ ਨੇ ਆਪਣੇ ਜਨਤਾ ਦੇ ਲਈ ਕੋਈ ਪਾਲਿਸੀ ਫਰੇਮ ਕਰਨੀ ਹੋਵੇ ਤਾਂ ਉਹਨਾਂ ਨੂੰ ਕਿਹੜੇ ਆਈਡੀਆਜ਼ ਦਿਮਾਗ ਦੇ ਵਿੱਚ ਰੱਖ ਕੇ ਜਿਹੜਾ ਹੈ ਉਹ ਪਾਲਿਸੀ ਫਰੇਮ ਕਰਨੀ ਚਾਹੀਦੀ ਹੈ। ਇਹਦੇ ਵਿੱਚ ਅੱਜ ਸ਼ੁਰੂ ਕਰਦੇ ਹਾਂ ਜੀ। ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਨੇ ਇਹਨਾਂ ਦਾ ਜਿਹੜਾ ਮੇਨ ਸੋਰਸ ਹੈ ਜੀ, ਇਹ ਹੈਗਾ ਆਇਰਲੈਂਡ ਦਾ ਸੰਵਿਧਾਨ ਜਾਂ ਆਇਰਿਸ਼ ਕਨਸਟੀਟਿਊਸ਼ਨ। ਆਪਣੇ ਦੇਸ਼ ਵਾਲਿਆਂ ਨੇ ਜੀ ਡਾਇਰੈਕਟਿਵ ਪ੍ਰਿੰਸੀਪਲ ਨੇ ਜਿਹੜੇ ਇਹ ਆਇਰਲੈਂਡ ਦੇ ਸੰਵਿਧਾਨ ਤੋਂ ਲਿੱਤੇ ਨੇ, ਅਤੇ ਆਇਰਲੈਂਡ ਦੇ ਸੰਵਿਧਾਨ ਵਾਲਿਆਂ ਨੇ ਅੱਗੇ ਇਹ ਸਪੇਨ ਵਾਲਿਆਂ ਦੇ ਸੰਵਿਧਾਨ ਤੋਂ ਲਿੱਤੇ ਸੀ। ਔਰ ਆਇਰਲੈਂਡ ਦੇ ਕਨਸਟੀਟਿਊਸ਼ਨ ਦੇ ਵਿੱਚ ਇਹ ਆਰਟੀਕਲ 45 ਦੇ ਵਿੱਚ ਦਰਜ ਨੇ ਜੀ। ਆਪਣੇ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ, ਕਨਸਟੀਟਿਊਸ਼ਨ ਦੇ ਭਾਗ 4 ਦੇ ਵਿੱਚ ਆਪਣੇ ਡੀਪੀਐਸਪੀ ਜਾਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਬਾਰੇ ਜ਼ਿਕਰ ਕੀਤਾ ਹੋਇਆ ਜੀ। ਅਤੇ ਇਹਦੇ ਆਰਟੀਕਲ ਕਿੰਨੇ ਤੋਂ ਕਿੰਨੇ ਚੱਲਦੇ ਨੇ ਇੰਡੀਆ ਦੇ ਸੰਵਿਧਾਨ ਦੇ ਵਿੱਚ? 36 ਤੋਂ 51। ਇਸ ਤੋਂ ਇਲਾਵਾ ਜੀ ਆਪਣੇ ਤੁਸੀਂ ਮੌਲਿਕ ਅਧਿਕਾਰ ਜਾਂ ਫੰਡਾਮੈਂਟਲ ਰਾਈਟਸ ਬਾਰੇ ਸੁਣਿਆ ਹੋਵੇਗਾ। ਆਰਟੀਕਲ 32 ਜਿਹੜਾ ਹੈ, ਆਰਟੀਕਲ 32 ਨੂੰ ਬੀ ਆਰ ਅੰਬੇਦਕਰ ਨੇ ਆਪਣੇ ਸੰਵਿਧਾਨ ਦਾ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਕਿਹਾ ਜੀ। ਉਸੇ ਤਰੀਕੇ ਨਾਲ ਬੀ ਆਰ ਅੰਬੇਦਕਰ ਨੇ ਜੀ ਆਪਣੇ ਜਿਹੜੇ ਡਰਾਫਟਿੰਗ ਕਮੇਟੀ ਦੇ ਮੇਜਰ ਚੇਅਰਮੈਨ ਸੀਗੇ, ਇਹਨਾਂ ਨੇ ਡੀਪੀਐਸਪੀ ਨੂੰ ਨੋਵਲ ਫੀਚਰ ਆਫ ਦਾ ਕਨਸਟੀਟਿਊਸ਼ਨ ਕਿਹਾ ਗਿਆ। ਇਸ ਤੋਂ ਇਲਾਵਾ ਜੀ ਇੱਕ ਹੋਰ ਪਰਸਨ ਨੇ ਗ੍ਰੈਨਵਿਲ ਆਸਟਿਨ, ਇਹਨਾਂ ਨੇ ਡਾਇਰੈਕਟਿਵ ਪ੍ਰਿੰਸੀਪਲ ਅਤੇ ਫੰਡਾਮੈਂਟਲ ਰਾਈਟ ਇਹਨਾਂ ਦੋਨਾਂ ਨੂੰ ਮਿਲਾ ਕੇ ਸੰਵਿਧਾਨ ਦਾ ਕੌਨਸ਼ੀਅਸ ਆਫ ਕਨਸਟੀਟਿਊਸ਼ਨ ਜਾਂ ਸੰਵਿਧਾਨ ਦੀ ਚੇਤਨਾ ਕਿਹਾ ਹੈ। ਅਗਰ ਦੇਖਿਆ ਜਾਵੇ ਜੀ ਸੰਵਿਧਾਨ ਦਾ ਪ੍ਰੈਂਬਲ ਹੋ ਗਿਆ ਜਾਂ ਸੰਵਿਧਾਨ ਦਾ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਹੋ ਗਿਆ, ਸੰਵਿਧਾਨ ਦੇ ਜਿਹੜੇ ਹੈਗੇ ਨੇ ਡੀਪੀਐਸਪੀ ਹੋ ਗਏ ਔਰ ਫੰਡਾਮੈਂਟਲ ਡਿਊਟੀਜ਼ ਹੋ ਗਏ, ਇਹ ਕਿਤੇ ਨਾ ਕਿਤੇ ਆਪਣੇ ਕਨਸਟੀਟਿਊਸ਼ਨ ਦਾ ਫਿਲੋਸੋਫੀਕਲ ਪਾਰਟ ਹੈ ਜੀ। ਇਸ ਤੋਂ ਇਲਾਵਾ ਅਗਰ ਤੁਸੀਂ ਸੁਣਿਆ ਹੋਵੇਗਾ ਆਪਣੀ ਸੰਸਦ ਪਾਰਲੀਮੈਂਟ ਹੋ ਗਈ, ਸੁਪਰੀਮ ਕੋਰਟ ਹੋ ਗਈ, ਹਾਈ ਕੋਰਟ ਹੋ ਗਈ, ਵੀ ਸੁਪਰੀਮ ਕੋਰਟ ਦੇ ਜੱਜ ਕਿਵੇਂ ਲਗਾਏ ਜਾ ਸਕਦੇ ਨੇ, ਹਾਈ ਕੋਰਟ ਦੇ ਜੱਜ ਕਿਵੇਂ ਭਰਤੀ ਕੀਤੇ ਜਾ ਸਕਦੇ ਨੇਗੇ, ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੋਏਗੀ, ਉਹਨਾਂ ਨੂੰ ਹਟਾਉਣ ਦਾ ਤਰੀਕਾ ਕੀ ਹੋਏਗਾ, ਉਹ ਸਾਰਾ ਦਿੱਤਾ ਹੋਇਆ ਜੀ। ਬਟ ਇਹਦੇ ਵਿੱਚ ਕੀ ਹੈ, ਕਿਤੇ ਨਾ ਕਿਤੇ ਥੋੜਾ ਬਹੁਤਾ ਫਿਲੋਸਫੀ ਵਾਲਾ ਪਾਰਟ ਜਿਹੜਾ ਹੈ ਜੀ ਉਹ ਆ ਜਾਂਦਾ ਹੈਗਾ। ਨੈਕਸਟ ਇਹਦੇ ਵਿੱਚ ਆਇਆ ਜੀ ਪਹਿਲਾਂ ਫੰਡਾਮੈਂਟਲ ਰਾਈਟਸ ਔਰ ਡੀਪੀਐਸਪੀ ਦੇ ਵਿੱਚ ਮੇਜਰ ਡਿਫਰੈਂਸ ਕੀ ਹੋਣਗੇ। ਫੰਡਾਮੈਂਟਲ ਰਾਈਟਸ ਨੇ ਜੀ ਇਹਨਾਂ ਨੂੰ ਨੈਗੇਟਿਵ ਇਨ ਕੈਰੈਕਟਰ ਕਿਹਾ ਜਾਂਦਾ ਹੈਗਾ, ਕਿਉਂਕਿ ਇਹ ਸਰਕਾਰ ਨੂੰ ਜਿਹੜਾ ਹੈ ਕੁਝ ਕੁ ਕੰਮ ਕਰਨ ਤੋਂ ਰੋਕਦੇ ਨੇਗੇ। ਕਿਉਂਕਿ ਆਰਟੀਕਲ 13 ਜਿਹੜਾ ਹੈ ਜੀ ਫੰਡਾਮੈਂਟਲ ਰਾਈਟਸ, ਉਹ ਦੱਸਦਾ ਹੈ ਕਿ ਜੇਕਰ ਆਪਣੇ ਸੰਵਿਧਾਨ ਦੇ ਵਿੱਚ ਸਰਕਾਰ ਅਗਰ ਕੋਈ ਕਾਨੂੰਨ ਲੈ ਕੇ ਆਂਦੀ ਹੈ, ਜੇਕਰ ਉਹ ਆਪਣੇ ਫੰਡਾਮੈਂਟਲ ਰਾਈਟਸ ਦੇ ਅਕੋਰਡਿੰਗ ਸਹੀ ਨਹੀਂ ਹੈਗਾ ਤਾਂ ਉਸ ਨੂੰ ਕੀ ਹੈ ਨਲ ਐਂਡ ਵੋਇਡ ਜਾਂ ਖਾਰਿਜ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਕੀ ਹੈ ਜੀ, ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਇਹ ਪੋਜ਼ਿਟਿਵ ਨੇਚਰ ਦੇ ਨੇ। ਪੋਜ਼ਿਟਿਵ ਨੇਚਰ ਮਤਲਬ ਜੀ ਕਿ ਇਹ ਸਰਕਾਰ ਨੂੰ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਨੇ ਕਿ ਸਰਕਾਰ ਨੇ ਕਿਹੜੇ ਆਈਡੀਆਜ਼ ਨੂੰ ਜਾਂ ਕਿਹੜੇ ਆਦਰਸ਼ਾਂ ਨੂੰ ਮੁੱਖ ਰੱਖਦੇ ਹੋਏ ਕੰਮ ਕਰਨਾ ਹੋਏਗਾ। ਇਸ ਤੋਂ ਇਲਾਵਾ ਕੀ ਹੈ ਜੀ, ਫੰਡਾਮੈਂਟਲ ਰਾਈਟਸ ਨੇ ਜਿਹੜੇ ਜਸਟਿਸਿਏਬਲ ਇਨ ਨੇਚਰ ਨੇ। ਜਸਟਿਸਿਏਬਲ ਦਾ ਮਤਲਬ ਹੋ ਗਿਆ ਜੀ ਕਿ ਅਗਰ ਸਰਕਾਰ ਇਹਨਾਂ ਨੂੰ ਤੁਹਾਡੇ ਤੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੋਵੇਗੀ ਤਾਂ ਤੁਸੀਂ ਇਹਨਾਂ ਦੇ ਆਧਾਰ ਤੇ ਜਿਹੜਾ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਸਿੱਧਾ ਇਸ ਨੂੰ ਚੈਲੰਜ ਕਰ ਸਕਦੇ ਹੈਗੇ ਹੋ। ਦੂਜੇ ਪਾਸੇ ਕੀ ਹੈ ਜੀ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਜੇਕਰ ਸਰਕਾਰ ਜਨਤਾ ਦੀ ਭਲਾਈ ਵਾਸਤੇ ਕੋਈ ਸਟੈਪ ਨਹੀਂ ਚੱਕ ਰਹੀ ਤਾਂ ਤੁਸੀਂ ਧੱਕੇ ਨਾਲ ਜਿਹੜਾ ਹੈ ਸਰਕਾਰ ਨੂੰ ਬੰਦਿਸ਼ਾਂ ਨਹੀਂ ਲਗਾ ਸਕਦੇ ਕਿ ਸਰਕਾਰ ਸਾਡੇ ਲਈ ਕੰਮ ਕਰੇ ਹੀ ਕਰੇ, ਜਾਂ ਇਹਦੇ ਜਿਹੜਾ ਸਰਕਾਰ ਕੋਈ ਪਾਲਿਸੀ ਲੈ ਕੇ ਆ ਰਹੀ ਹੈ ਤਾਂ ਇਹ ਜਨਤਾ ਸਾਰੀ ਜਨਤਾ ਵਾਸਤੇ ਲੈ ਕੇ ਆਵੇ ਜਾਂ ਕੁਝ ਸੈਕਸ਼ਨ ਵਾਸਤੇ ਲੈ ਕੇ ਆਵੇ, ਸਰਕਾਰ ਦੀ ਮਰਜ਼ੀ ਹੈ। ਕਈ ਵਾਰ ਜਿਵੇਂ ਤੁਸੀਂ ਸੁਣਿਆ ਹੋਵੇਗਾ ਜੀ ਪੰਜਾਬ ਦੇ ਵਿੱਚ ਹੁਣ ਆਪਣੇ ਲੜਕੀਆਂ ਦਾ ਬੱਸਾਂ ਦਾ ਕਿਰਾਇਆ ਫ੍ਰੀ ਹੈਗਾ, ਤਾਂ ਉੱਥੇ ਇਦਾਂ ਨਹੀਂ ਕਹਿ ਸਕਦੇ ਹੈਗੇ ਵੀ ਹਾਂ ਬੰਦਿਆਂ ਦਾ ਕਿਰਾਇਆ ਵੀ ਫ੍ਰੀ ਕਰੇ। ਠੀਕ ਹੈ ਜੀ, ਅਗਰ ਸਰਕਾਰ ਅੱਜ ਦੀ ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਚੱਲ ਰਹੀ ਹੈ, ਅਗਰ ਫਿਊਚਰ ਦੇ ਵਿੱਚ ਜਾ ਕੇ
ਫਿਊਚਰ ਦੇ ਵਿੱਚ ਜਾ ਕੇ ਜੇ ਸਰਕਾਰ ਚੇਂਜ ਹੋ ਜੇ ਤੇ ਉਹ ਇਹ ਚੀਜ਼ ਨੂੰ ਪਾਲਿਸੀ ਦੇਣਾ ਬੰਦ ਕਰ ਦੇਣ ਤਾਂ ਉਹਦੇ ਆਧਾਰ ਤੇ ਤੁਸੀਂ ਇਸ ਨੂੰ ਚੈਲੰਜ ਨਹੀਂ ਕਰ ਸਕਦੇ ਕਿ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਇਹ ਚੀਜ਼ ਦਿੱਤੀ ਹੀ ਜਾਵੇ। ਨੈਕਸਟ ਹੈ ਜੀ ਫੰਡਾਮੈਂਟਲ ਰਾਈਟਸ ਨੇ ਜਿਹੜੇ ਭਾਰਤ ਦੇ ਵਿੱਚ ਪੋਲੀਟੀਕਲ ਡੈਮੋਕ੍ਰੇਸੀ ਨੂੰ ਬਣਾਉਣ ਦੀ ਗੱਲ ਕਰਦੇ ਨੇਗੇ। ਤੇ ਦੂਜੇ ਪਾਸੇ ਕੀ ਹੈ ਜੀ, ਜਿਹੜੇ DPSP ਨੇ ਇਹ ਸਮਾਜਿਕ ਤੇ ਆਰਥਿਕ ਜਿਹੜੀ ਡੈਮੋਕ੍ਰੇਸੀ ਹੈ ਉਹਦੀ ਬਣਾਉਣ ਦੀ ਗੱਲ ਕਰਦੇ ਨੇ, ਲੋਕਾਂ ਦੇ ਸੋਸ਼ਲ ਵੈਲਫੇਅਰ ਦੀ ਗੱਲ ਕਰਨਗੇ। ਇਸ ਤੋਂ ਇਲਾਵਾ ਕੀ ਹੈ ਜੀ, ਇਹ ਲੀਗਲ ਸੈਂਕਸ਼ਨ ਨੇ। ਲੀਗਲ ਸੈਂਕਸ਼ਨ ਮਤਲਬ ਕਿ ਇਹਨਾਂ ਨੂੰ ਲਾਗੂ ਕਰਨ ਲਈ ਆਪਾਂ ਨੂੰ ਕਿਸੇ ਟਾਈਪ ਦੇ ਕਾਨੂੰਨ ਦੀ ਲੋੜ ਨਹੀਂ ਹੈਗੀ। ਇਹ ਜਿਹੜੇ ਹੈਗੇ ਨੇ ਲੋਕਾਂ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਜਾਂ ਲੋਕਾਂ ਦੇ ਲਈ ਬਹੁਤ ਜ਼ਿਆਦਾ ਜਿਹੜਾ ਹੈ ਕਾਨੂੰਨੀ ਰੂਪ ਦੇ ਤੌਰ ਤੇ ਲਾਗੂ ਕੀਤੇ ਜਾਂਦੇ ਨੇ। ਇਹ ਸਰਕਾਰਾਂ ਦੇ ਕੀ ਹੈ ਜੀ, ਮੋਰਲ ਸੈਂਕਸ਼ਨ ਨੇ ਤੇ ਪੋਲੀਟੀਕਲ ਸੈਂਕਸ਼ਨ ਨੇ। ਜੇਕਰ ਹੁਣ ਸਰਕਾਰਾਂ ਨੇ ਜੀ ਜਿਹੜਾ ਉਹ ਜੇ 5 ਸਾਲ ਤੱਕ ਕੁਝ ਨਹੀਂ ਕੰਮ ਕਰਨਗੀਆਂ ਤਾਂ ਅਗਲੀ ਵਾਰ ਵੋਟਾਂ ਮੰਗਣ ਲਈ ਤਾਂ ਆਪਣੇ ਕੋਲ ਹੀ ਆਉਣਾ ਪਊਗਾ। ਫਿਰ ਆਪਾਂ ਸਰਕਾਰ ਤੋਂ ਸਵਾਲ ਪੁੱਛ ਸਕਦੇ ਹੈਗੇ ਵੀ ਭਾਈ ਤੁਸੀਂ ਸਾਡੇ ਲਈ ਕੀ ਕੀਤਾ ਹੈਗਾ, ਜਾਂ ਸਾਡੀ ਭਲਾਈ ਵਾਸਤੇ, ਸਾਡੇ ਅੱਗੇ ਡਿਵੈਲਪਮੈਂਟ ਵਾਸਤੇ ਕੀ ਕੀਤਾ ਹੈਗਾ। ਠੀਕ ਹੈ ਜੀ, ਤਾਂ ਸਰਕਾਰਾਂ ਨੂੰ ਵੀ ਪਤਾ ਹੈਗਾ ਕਿ ਕਿਤੇ ਨਾ ਕਿਤੇ ਜਿਹੜਾ ਹੈ ਸਾਨੂੰ ਜਨਤਾ ਦੀ ਭਲਾਈ ਵਾਸਤੇ ਕੰਮ ਕਰਨਾ ਹੀ ਪਊਗਾ। ਤਾਂ ਇਹ ਪੋਲੀਟੀਕਲ ਤੇ ਮੋਰਲ ਸੈਂਸ ਦੇ ਵਿੱਚ ਜਿਹੜਾ ਹੈ ਇਹ ਸਰਕਾਰ ਦੇ ਉੱਤੇ ਸੈਂਕਸ਼ਨ ਲਗਾਉਂਦੇ ਨੇਗੇ। ਨੈਕਸਟ ਹੈ ਜੀ, ਦੇ ਪ੍ਰਮੋਟ ਦਾ ਵੈਲਫੇਅਰ ਆਫ ਦਾ ਇੰਡੀਵਿਜੂਅਲ। ਫੰਡਾਮੈਂਟਲ ਰਾਈਟਸ ਨੇ ਜੀ ਜਿਹੜੇ ਇਹ ਸਾਰੇ ਨਾਗਰਿਕਾਂ ਨੂੰ ਮਿਲੇ ਹੋਏ ਨੇਗੇ। ਸਾਰੇ ਨਾਗਰਿਕਾਂ ਤੋਂ ਮਤਲਬ ਇਹ ਹਰੇਕ ਇੰਡੀਵਿਜੂਅਲ ਨੇ। ਇਹ ਜਿਹੜੇ ਫੰਡਾਮੈਂਟਲ ਰਾਈਟਸ ਹੋਣਗੇ ਇਹਨਾਂ ਨੂੰ ਸਰਕਾਰ ਕਿਸੇ ਵੀ ਬੰਦੇ ਤੋਂ ਨਹੀਂ ਖੋਹ ਸਕਦੀ ਹੈਗੀ। ਬਟ ਜਿਹੜੇ DPSP ਨੇ ਜੀ ਇਹ ਪੂਰੀ ਕਮਿਊਨਿਟੀ, ਪੂਰੇ ਸਮਾਜ ਦੇ ਲਈ ਬਣਾਏ ਜਾਂਦੇ ਨੇਗੇ। ਠੀਕ ਹੈ ਜੀ, ਤਾਂ ਇਹ ਵਾਲੇ ਜਿਹੜੇ ਹੋ ਗਏ ਇੰਡੀਵਿਜੂਅਲਿਸਟਿਕ ਔਰ ਪਰਸਨਲ ਹੋ ਗਏ। ਬਟ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਜੀ ਇਹ ਸਮਾਜ ਦੇ ਲੈਵਲ ਤੇ ਜਾਂ ਸੋਸ਼ਲਿਸਟ ਲੈਵਲ ਤੇ, ਸੋਸਾਇਟੀ ਦੇ ਲੈਵਲ ਤੇ ਸਮਾਜ ਦੇ ਭਲਾਈ ਦੀ ਗੱਲ ਕਰਦੇ ਨੇਗੇ। ਇਸ ਤੋਂ ਇਲਾਵਾ ਕੀ ਹੈ ਜੀ, ਫੰਡਾਮੈਂਟਲ ਰਾਈਟਸ ਨੂੰ ਲਾਗੂ ਕਰਨ ਦੇ ਲਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਲੈਜਿਸਲੇਸ਼ਨ ਦੀ ਲੋੜ ਨਹੀਂ ਹੈਗੀ। ਫੰਡਾਮੈਂਟਲ ਰਾਈਟਸ ਜਦੋਂ ਹੀ ਆਪਣਾ ਸੰਵਿਧਾਨ ਲਾਗੂ ਹੋਇਆ ਉਦੋਂ ਹੀ ਆਪਣੇ ਫੰਡਾਮੈਂਟਲ ਰਾਈਟਸ ਵੀ ਨਾਲ ਹੀ ਲਾਗੂ ਹੋ ਗਏ। ਬਟ ਜਿਹੜੇ DPSP ਨੇ ਜੀ ਇਹਨਾਂ ਨੂੰ ਆਪਾਂ ਨੂੰ ਲਾਗੂ ਕਰਨ ਲਈ ਸਰਕਾਰ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਸ ਹੋ ਗਈਆਂ, ਅਲੱਗ-ਅਲੱਗ ਤਰ੍ਹਾਂ ਦੀਆਂ ਪਾਲਿਸੀਜ਼ ਲੈ ਕੇ ਆਉਂਦੀ ਹੈ। ਠੀਕ ਹੈ ਜੀ, ਤੇ ਇਹਦੇ ਆਧਾਰ ਤੇ ਜਿਹੜਾ ਹੈਗਾ ਲੈਜਿਸਲੇਸ਼ਨ ਜਾਂ ਕਿਸੇ ਤਰ੍ਹਾਂ ਦਾ ਐਕਟ ਪਾਸ ਕੀਤਾ ਜਾਊਗਾ। ਇਹ ਆਟੋਮੈਟਿਕਲੀ ਜਿਹੜਾ ਹੈ ਇਨਫੋਰਸ ਨਹੀਂ ਕੀਤੇ ਜਾ ਸਕਦੇ ਜੀ। ਔਰ ਕੋਰਟਸ ਨੇ ਜੀ ਇਹ ਬਾਉਂਡ ਨੇਗੀਆਂ ਕਿ ਜੇਕਰ ਕੋਈ ਵੀ ਕਾਨੂੰਨ ਆਪਣੇ ਮੌਲਿਕ ਅਧਿਕਾਰਾਂ ਦਾ ਉਲੰਘਣ ਕਰ ਰਿਹਾ ਹੋਵੇ, ਉਹਨਾਂ ਦਾ ਖੰਡਨ ਕਰ ਰਿਹਾ ਹੋਵੇ, ਤਾਂ ਉਸ ਬੇਸ ਤੇ ਜਿਹੜੇ ਫੰਡਾਮੈਂਟਲ ਰਾਈਟਸ ਦੇ ਆਧਾਰ ਤੇ ਜਿਹੜਾ ਹੈ ਕਿਸੇ ਵੀ ਕਾਨੂੰਨ ਨੂੰ ਅਨਕਨਸਟੀਟਿਊਸ਼ਨਲ ਜਾਂ ਇਨਵੈਲਿਡ ਡਿਕਲੇਅਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਕੀ ਹੈ ਜੀ, ਜੇਕਰ ਕੋਈ ਕਾਨੂੰਨ DPSP ਦੇ ਆਧਾਰ ਤੇ ਜਿਹੜਾ ਹੈ ਕੋਈ ਅਨਕਨਸਟੀਟਿਊਸ਼ਨਲ ਜਾਂ ਇਨਵੈਲਿਡ ਹੋਵੇ ਤਾਂ ਜਿਹੜਾ ਹੈ ਜੀ ਕੋਰਟਸ ਇਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਨਹੀਂ ਕਰ ਸਕਦੀਆਂ। ਇਸ ਤੋਂ ਇਲਾਵਾ ਕੀ ਹੈ, ਆਪਣੇ ਨਾ ਜੀ ਆਰਟੀਕਲ 14 ਹੋ ਗਿਆ ਇਕੁਐਲਿਟੀ ਬਿਫੋਰ ਲਾਅ, ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਤੇ ਆਰਟੀਕਲ 19 ਹੈਗਾ ਜੀ ਇੱਕ ਫਰੀडम ਵਾਲੇ ਰਾਈਟ ਆ ਗਏ ਜਿਹਦੇ ਵਿੱਚ ਫਰੀडम ਆਫ ਸਪੀਚ, ਐਕਸਪ੍ਰੈਸ਼ਨ, ਇਹ ਸਾਰੇ ਦੀ ਗੱਲ ਆ ਗਈ। ਠੀਕ ਹੈ ਜੀ, ਤੇ ਇਹਦੇ ਵਿੱਚ ਕੀ ਹੈ ਜੀ, ਜੇਕਰ ਕੋਈ DPSP ਆਰਟੀਕਲ 14 ਤੇ ਆਰਟੀਕਲ 19 ਦੀ ਉਲੰਘਣਾ ਕਰ ਰਿਹਾ ਹੋਵੇ ਤਾਂ ਕਿਤੇ ਕਿਤੇ ਸਰਕਾਰ ਕਹਿ ਦਿੰਦੀ ਹੈ ਵੀ ਇਹਨੂੰ ਰੀਜ਼ਨੇਬਲ ਰਿਸਟ੍ਰਿਕਸ਼ਨ ਦੇ ਤੌਰ ਤੇ ਅਸੀਂ ਐਕਸੈਪਸ਼ਨ ਦੇ ਸਕਦੇ ਹੈਗੇ ਆ। ਠੀਕ ਹੈ ਜੀ, ਤੇ ਕਿਸੇ ਵੀ ਕਾਨੂੰਨ ਦੀ ਵੈਲਿਡਿਟੀ ਨੂੰ ਹੈਲਡ ਕਰਨ ਲਈ ਜਾਂ ਕਿਸੇ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਕਿਤੇ ਕਿਤੇ ਜਿਹੜਾ ਹੈ DPSP ਦਾ ਸਹਾਰਾ ਵੀ ਆਪਣੀਆਂ ਅਦਾਲਤਾਂ ਲੈਂਦੀਆਂ ਨੇ ਜੀ। ਨੈਕਸਟ ਆਇਆ ਜੀ ਆਪਣੇ ਲਵੇ DPSP ਦੇ ਵਿੱਚ ਜਿਹੜੇ ਹੈਗੇ ਨੇ ਇਹਦੇ ਮੇਜਰ ਫੀਚਰ ਕੀ ਨੇ ਜੀ। ਇਹਦਾ ਜਿਹੜਾ ਫੀਚਰ ਹੈਗਾ ਜੀ ਇਹ ਹੈਗਾ ਬੇਸਿਕਲੀ ਇਹ ਆਪਣੇ ਸੰਵਿਧਾਨ ਨੂੰ ਜਿਹੜਾ ਹੈ ਕਨਸਟੀਟਿਊਸ਼ਨ ਦੇ ਵਿੱਚ ਇਨਸਟਰਕਸ਼ਨਸ ਦੇਣ ਦਾ ਕੰਮ ਕਰਦਾ ਹੈ, ਆਪਣੀ ਸਰਕਾਰ ਨੂੰ ਹਦਾਇਤਾਂ ਦੇਣ ਦਾ ਕੰਮ ਕਰਦਾ ਹੈ ਕਿ ਆਪਣੀ ਸਰਕਾਰ ਨੂੰ ਕਿਹੜੇ ਆਈਡੀਆਜ਼ ਜਾਂ ਕਿਹੜੇ ਬੇਸਿਕ ਪ੍ਰਿੰਸੀਪਲਸ ਨੂੰ ਸੋਚਦੇ ਹੋਏ ਜਨਤਾ ਦੀ ਭਲਾਈ ਦੇ ਲਈ ਕਦਮ ਚੁੱਕਣੇ ਚਾਹੀਦੇ ਨੇਗੇ। ਤੇ ਇਹ ਸਰਕਾਰ ਤੇ ਨਿਰਭਰ ਕਰਦਾ ਜੀ ਕਿ ਉਹ ਇਹਨਾਂ ਆਈਡੀਆਜ਼ ਨੂੰ ਕਿਸ ਤਰ੍ਹਾਂ ਪਾਲਿਸੀ ਨੂੰ ਫਰੇਮ ਕਰਦੀ ਹੈਗੀ ਹੈ। ਨੈਕਸਟ ਆਇਆ ਜੀ ਆਪਣੇ ਲਵੇ ਜਿਹੜਾ ਇੱਕ ਆਪਣੇ ਸੰਵਿਧਾਨ ਦਾ ਬਲੂਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਜਾਂ ਸਕੈਲੇਟਨ ਆਫ ਇੰਡੀਅਨ ਕਨਸਟੀਟਿਊਸ਼ਨ ਹੈ ਜੀ, ਜਿਹੜਾ ਭਾਰਤ ਦੇ ਸੰਵਿਧਾਨ ਦਾ ਢਾਂਚਾ ਜਿਹੜਾ ਕਿਹਾ ਜਾਂਦਾ ਉਹ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਕਿਹਾ ਜਾਂਦਾ ਹੈ। ਅੰਗਰੇਜ਼ਾਂ ਨੇ ਜਿਹੜੇ ਭਾਰਤ ਦੇ ਵਿੱਚ ਕਾਨੂੰਨ ਲੈ ਕੇ ਆਏ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਕਾਨੂੰਨ ਹੈ ਜਿਹੜਾ 1935 ਵਾਲਾ ਐਕਟ ਲੈ ਕੇ ਆਂਦਾ ਸੀ। ਤੇ ਇਹਦੇ ਵਿੱਚ ਵੀ ਇੱਕ ਚੈਪਟਰ ਸੀਗਾ ਜੀ ਇੰਸਟਰੂਮੈਂਟ ਆਫ ਇੰਸਟਰਕਸ਼ਨ। ਇੰਸਟਰੂਮੈਂਟ ਆਫ ਇੰਸਟਰਕਸ਼ਨ ਕੀ ਹੈ ਜੀ, ਇਹਨੂੰ ਐਜ਼ ਏ ਸਿਨੋਨੀਅਮ ਦੇ ਤੌਰ ਤੇ ਹੀ ਯੂਜ਼ ਕਰ ਸਕਦੇ ਹੈਗੇ DPSP ਦੇ ਲਈ। ਇੰਸਟਰਕਸ਼ਨ ਦਾ ਮਤਲਬ ਕੀ ਹੋ ਗਿਆ ਜੀ ਕਿ ਆਪਾਂ ਨੇ ਹਦਾਇਤਾਂ ਹੀ ਦੇਣੀਆਂ ਨੇਗੀਆਂ। ਉਵੇਂ ਜਿਵੇਂ ਤੁਸੀਂ ਅੰਗਰੇਜ਼ੀ ਦੇ ਵਿੱਚ ਸੁਣਿਆ ਹੋਵੇਗਾ ਸਿਨੋਨੀਅਮ ਐਂਟੋਨੀਅਮ ਅੱਖਰ ਹੁੰਦੇ ਨੇਗੇ, ਤਾਂ ਇੰਸਟਰੂਮੈਂਟ ਆਫ ਇੰਸਟਰਕਸ਼ਨ ਜਿਹੜਾ ਹੈ ਇਸ ਨਾਮ ਦਾ ਚੈਪਟਰ ਵੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਦਰਜ ਸੀਗਾ। ਨੈਕਸਟ ਆਇਆ ਜੀ ਜਿਹੜੇ DPSP ਨੇ ਇਹ ਭਾਰਤ ਦੇ ਵਿੱਚ ਵੈਲਫੇਅਰ ਸਟੇਟ ਬਣਾਉਣ ਦੀ ਗੱਲ ਕਰਦੇ ਨੇ, ਨਾ ਕਿ ਇੱਕ ਪੁਲਿਸ ਸਟੇਟ।
ਪੁਲਿਸ ਸਟੇਟ ਕੀ ਹੋਇਆ ਜੀ, ਜਿੱਥੇ ਆਪਾਂ ਜਿਹੜਾ ਹੈ ਲਾਅ ਐਂਡ ਆਰਡਰ ਜਾਂ ਐਡਮਿਨਿਸਟ੍ਰੇਸ਼ਨ ਦੇ ਪਰਪਸ ਲਈ ਜ਼ਿਆਦਾ ਪਾਵਰਾਂ ਨੇ ਜਿਹੜੀਆਂ ਜਾਂ ਜ਼ਿਆਦਾ ਸ਼ਕਤੀਆਂ ਨੇ ਉਹ ਪੁਲਿਸ ਨੂੰ ਦੇ ਦਈਏ। ਬਟ ਆਪਾਂ ਜਿਹੜਾ ਹੈ ਜੀ ਸਮਾਜ ਦੀ ਭਲਾਈ ਦੀ ਗੱਲ ਕਰਨੀ ਹੈਗੀ ਹੈ, ਸਮਾਜ ਦੇ ਲੋਕਾਂ ਦੇ ਭਲਾਈ ਦੀ ਗੱਲ ਕਰਨੀ ਹੈਗੀ ਹੈ, ਤਾਂ ਇਹਦੇ ਵਿੱਚ ਜਿਹੜਾ ਹੈ ਪੁਲਿਸ ਨੂੰ ਜ਼ਿਆਦਾ ਪਾਵਰਾਂ ਨਾ ਦਿੰਦੇ ਹੋਏ ਆਪਾਂ ਨੇ ਵੈਲਫੇਅਰ ਸਕੀਮ ਦੇ ਉੱਤੇ ਚੱਲਣਾ ਹੋਏਗਾ। ਨੈਕਸਟ ਆਪਣੇ ਕੋਲ ਆਇਆ ਜੀ, ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ ਜੀ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹਨਾਂ ਦੇ ਆਧਾਰ ਤੇ ਆਪਾਂ ਨਿਆਂ ਦੀ ਮੰਗ ਕਰ ਸਕਦੇ ਹੈਗੇ ਆ, ਪਰ ਡੀਪੀਐਸਪੀ ਨੇ ਜਿਹੜੇ ਇਹ ਨੋਨ ਜਸਟਿਸੇਬਲ ਇਨ ਨੇਚਰ ਨੇ। ਇਹੀ ਚੀਜ਼ ਆਪਣੇ ਆਰਟੀਕਲ 37 ਦੇ ਵਿੱਚ ਵੀ ਲਿਖੀ ਹੋਈ ਹੈਗੀ ਜੀ ਕਿ ਆਪਣੇ ਡੀਪੀਐਸਪੀ ਨੇ ਜਿਹੜੇ ਉਹ ਨੋਨ ਜਸਟਿਸੇਬਲ ਇਨ ਨੇਚਰ ਨੇ। ਔਰ ਇਸ ਤੋਂ ਇਲਾਵਾ ਕੀ ਹੈ ਜੀ, ਦੇ ਸੀਕਸ ਟੂ ਇਸਟੈਬਲਿਸ਼ ਇਕਨੋਮਿਕ ਐਂਡ ਸੋਸ਼ਲ ਡੈਮੋਕ੍ਰੇਸੀ। ਇਹ ਆਰਥਿਕ ਅਤੇ ਸਮਾਜਿਕ ਡੈਮੋਕ੍ਰੇਸੀ ਬਣਾਉਣ ਦੀ ਗੱਲ ਕਰਦੇ ਨੇ ਤੇ ਇਹਨਾਂ ਨੂੰ ਨੋਟ ਇਨ ਲੀਗਲੀ ਇਨਫੋਰਸੀਏਬਲ ਬਾਈ ਦਾ ਕੋਰਟ। ਮਤਲਬ ਇਹਨਾਂ ਨੂੰ ਜਿਹੜਾ ਹੈ ਜੀ ਇਹ ਅਗਰ ਸਰਕਾਰ ਕਿਸੇ ਡੀਪੀਐਸਪੀ ਦੇ ਉੱਤੇ ਕੰਮ ਨਹੀਂ ਕਰ ਰਹੀ ਤਾਂ ਉਹਦੇ ਬੇਸਿਸ ਤੇ ਆਪਾਂ ਅਦਾਲਤਾਂ ਦੇ ਵਿੱਚ ਨਹੀਂ ਜਾ ਸਕਦੇ ਹੈਗੇ। ਨੈਕਸਟ ਆਇਆ ਜੀ, ਇੱਕ ਚੀਜ਼ ਯਾਦ ਰੱਖਿਓ ਜੀ, ਆਪਣੇ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਆਰਟੀਕਲ 36 ਤੋਂ ਲੈ ਕੇ 51 ਤੱਕ ਐਜ਼ ਇਟ ਇਜ਼ ਆਪਣੇ ਡੀਪੀਐਸਪੀ ਲਿਖੇ ਹੋਏ ਨੇ। ਬਟ ਜੇਕਰ ਆਪਾਂ ਇਹਨਾਂ ਦੀ ਥੋੜੀ ਸਟੱਡੀ ਕਰੀਏ ਤਾਂ ਆਪਾਂ ਨੂੰ ਕੁਝ ਆਈਡੀਆ ਲੱਗਦਾ ਹੈਗਾ ਵੀ ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਡੀਪੀਐਸਪੀ ਨੇ ਜਾਂ ਸਿਧਾਂਤ ਨੇਗੇ ਤਾਂ ਇਹ ਕੁਝ ਸਿਧਾਂਤ ਨੇ ਜਿਹੜੇ ਸਮਾਜਵਾਦ ਦੀ ਸਿਧਾਂਤਾਂ ਨਾਲ ਜਾਂ ਸਮਾਜਵਾਦ ਦੀ ਸੋਸ਼ਲਿਜ਼ਮ ਦੀ ਆਈਡੀਓਲੋਜੀ ਨਾਲ ਮੇਲ ਖਾਂਦੇ ਨੇ। ਕੁਝ ਸਿਧਾਂਤ ਇਹੋ ਜਿਹੇ ਨੇ ਜਿਹੜੇ ਗਾਂਧੀ ਦੇ ਸਿਧਾਂਤਾਂ ਦੇ ਨਾਲ ਮੇਲ ਖਾਂਦੇ ਨੇ। ਕੁਝ ਇਹੋ ਜਿਹੇ ਨੇ ਜੀ ਜਿਹੜੇ ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲਸ ਤੇ ਨੇਗੇ। ਤਾਂ ਇਹਨਾਂ ਦੇ ਵਿੱਚ ਮੇਜੋਰਿਟੀ ਕੀ ਹੈ ਜੀ ਕਿ ਐਸ ਸੱਚ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਇਦਾਂ ਦੀ ਕੋਈ ਵੰਡ ਨਹੀਂ ਕੀਤੀ ਹੋਈ ਹੈਗੀ ਕਿ ਸੋਸ਼ਲਿਜ਼ਮ ਵਾਲੇ ਇਹ ਨੇ, ਕਿ ਗਾਂਧੀਜ਼ਮ ਵਾਲੇ ਇਹ ਨੇ ਤੇ ਇੰਟੈਲੈਕਚੁਅਲ ਵਾਲੇ ਇਹ ਨੇਗੇ। ਬਟ ਇਹਨਾਂ ਨੂੰ ਆਪਾਂ ਨੇ ਜੀ ਜਦੋਂ ਇਹਨਾਂ ਦੀ ਅਲੱਗ-ਅਲੱਗ ਸਟੱਡੀ ਕੀਤੀ ਗਈ ਹੈ ਤਾਂ ਐਸ ਸੱਚ ਇਹਨਾਂ ਦੇ ਪ੍ਰਿੰਸੀਪਲਸ ਨੂੰ ਇੱਕ ਆਈਡੀਓਲੋਜੀ ਨਾਲ ਜੋੜ ਕੇ ਦੇਖਿਆ ਗਿਆ ਹੈਗਾ ਵੀ ਹਾਂ ਇਹ ਆਧਾਰਤਾ ਜਿਹੜਾ ਹੈਗਾ ਸਮਾਜਵਾਦ ਦੇ ਸਿਧਾਂਤ ਨਾਲ ਮੇਲ ਖਾਂਦਾ ਹੈਗਾ ਤੇ ਉਹਨਾਂ ਦੇ ਬੇਸਿਸ ਤੇ ਜਿਹੜਾ ਹੈ ਆਪਾਂ ਨੇ ਇਹਨਾਂ ਆਈਡੀਓਲੋਜੀਜ਼ ਨੂੰ ਡਿਫਾਈਨ ਕੀਤਾ ਹੈਗਾ। ਪਹਿਲਾਂ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਸੋਸ਼ਲਿਸਟਿਕ ਪ੍ਰਿੰਸੀਪਲਸ। ਸੋਸ਼ਲਿਸਟਿਕ ਪ੍ਰਿੰਸੀਪਲ ਦੇ ਵਿੱਚ ਪਹਿਲਾਂ ਕੀ ਆਇਆ ਜੀ, ਆਰਟੀਕਲ ਨੰਬਰ 38 ਟੂ ਪ੍ਰਮੋਟ ਦਾ ਵੈਲਫੇਅਰ ਆਫ ਪੀਪਲ ਬਾਈ ਸਿਕਿਉਰਿੰਗ ਸੋਸ਼ਲ ਆਰਡਰ ਪਰਮਿਟਡ ਬਾਈ ਜਸਟਿਸ social, economic, political and to minimize inequalities in income, status, facilities and opportunities। ਇਸ ਦੇ ਵਿੱਚ ਕੀ ਹੈ ਜੀ, ਸਰਕਾਰ ਨੇ ਇਦਾਂ ਦੇ ਕੰਮ ਕਰਨੇ ਨੇ ਜਿਸ ਦੇ ਆਧਾਰ ਤੇ ਕੀ ਕੀਤਾ ਜਾਵੇ, ਸਮਾਜ ਦੇ ਵਿੱਚ ਨਿਆਂ ਵਿਵਸਥਾ ਬਣਾਈ ਜਾਵੇ। ਤੇ ਨਿਆਂ ਕਿਹੜੇ ਪੱਧਰ ਤੇ ਮਿਲਣਾ ਚਾਹੀਦਾ ਜੀ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਧਰ ਤੇ। ਸਮਾਜਿਕ ਪੱਧਰ ਤੇ ਨਿਆਂ ਕਿਵੇਂ ਮਿਲ ਸਕਦਾ ਹੈਗਾ, ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ ਜੀ ਕਿ ਪਹਿਲਾਂ ਦੇ ਟਾਈਮ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਛੂਆਛੂਤ ਦੀ ਪ੍ਰੈਕਟਿਸ ਚੱਲਦੀ ਸੀ, ਅਨਟਚੇਬਿਲਿਟੀ ਦੀ ਪ੍ਰੈਕਟਿਸ ਚੱਲਦੀ ਸੀ, ਤਾਂ ਸਰਕਾਰ ਨੇ ਉਹਨੂੰ ਬੰਦ ਕੀਤਾ ਹੈਗਾ। ਇਸ ਤੋਂ ਇਲਾਵਾ ਕੀ ਹੈ ਜੀ, ਸਾਰੇ ਜਿਹੜੇ ਨੇ ਕਾਨੂੰਨ ਦੇ ਅੱਗੇ ਬਰਾਬਰ ਨੇਗੇ। ਕੋਈ ਬੰਦਾ ਇੱਦਾਂ ਨਹੀਂ ਹੈਗਾ ਜੇ ਅਮੀਰ ਹੈ ਤਾਂ ਉਹਨੂੰ ਜ਼ਿਆਦਾ ਰਿਆਇਤਾਂ ਮਿਲਣਗੀਆਂ, ਗਰੀਬ ਬੰਦੇ ਤੇ ਜ਼ਿਆਦਾ ਤਸ਼ੱਦਦਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਆਪਣੇ ਦੇਸ਼ ਦੇ ਵਿੱਚ ਜਿਹੜਾ ਹੈਗਾ ਜੀ ਸਾਰਿਆਂ ਨੂੰ ਸਮਾਨ ਅਵਸਰ ਦਿੱਤੇ ਜਾਣਗੇ, ਓਪਰਚੁਨਿਟੀਜ਼ ਮਿਲਣਗੀਆਂ, ਸਾਰਿਆਂ ਦਾ ਸਟੇਟਸ ਵੀ ਸਮਾਨ ਰਹੇਗਾ। ਹੋਰ ਕੀ ਹੈ ਜੀ, ਆਰਥਿਕ ਪੱਧਰ ਤੇ ਨਿਆਂ ਕਿਵੇਂ ਮਿਲੂਗਾ ਕਿ ਸਾਰੇ ਬੰਦੇ ਨੇ ਜਿਹੜੇ ਭਾਰਤ ਦੇ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਇੰਡੀਪੈਂਡੈਂਟ ਨੇ, ਐਕਸੈਪਟ ਉਹ ਕੋਈ ਹਥਿਆਰ ਨਾ ਬਣਾ ਰਹੇ ਹੋਣ ਜਾਂ ਮਤਲਬ ਇਦਾਂ ਨਹੀਂ ਹੈਗਾ ਕਿ ਉਹ ਕਿਸੇ ਆਤੰਕਵਾਦੀ ਸੰਗਠਨ ਦੇ ਨਾਲ ਜੁੜ ਰਹੇ ਹੋਣ। ਰਾਜਨੀਤਿਕ ਪੱਧਰ ਤੇ ਨਿਆਂ ਕਿਵੇਂ ਮਿਲੂਗਾ ਜੀ ਕਿ ਆਪਾਂ ਨੂੰ ਜਿਹੜਾ ਹੈ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੋਇਆ, ਆਪਣੇ ਸੰਵਿਧਾਨ 'ਚ ਦਿੱਤਾ ਹੋਇਆ ਹੈਗਾ ਕਿ ਜਿਹੜਾ ਵੀ ਬੰਦਾ 18 ਸਾਲ ਤੋਂ ਉੱਤੇ ਦਾ ਹੋ ਗਿਆ ਤਾਂ ਉਹਨੂੰ ਕੀ ਹੈ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਊਗਾ। ਠੀਕ ਹੈ ਜੀ, ਤਾਂ ਪਹਿਲਾਂ ਇਹਦੀ ਏਜ 21 ਸਾਲ ਸੀ, ਉਹ ਘਟਾ ਕੇ ਹੁਣ ਸਰਕਾਰ ਨੇ 18 ਸਾਲ ਕੀਤੀ ਹੈਗੀ ਹੈ। ਤੇ ਆਪਾਂ ਨੇ ਜਿਹੜਾ ਹੈ ਜੀ ਸਮਾਜ ਦੇ ਵਿੱਚ ਜਿਹੜੀਆਂ ਅਸਮਾਨਤਾਵਾਂ ਨੇਗੀਆਂ, ਇਨਇਕੁਐਲਿਟੀਜ਼ ਨੇਗੀਆਂ, ਇਹਨਾਂ ਨੂੰ ਘਟਾਉਣ ਦੇ ਯਤਨ ਕਰਨੇ ਨੇਗੇ। ਤੇ ਇਹਨਾਂ ਨੂੰ ਘਟਾਉਣ ਦੇ ਯਤਨ ਕਿੱਦਾਂ ਕਰਦੀ ਹੈ ਜੀ ਸਰਕਾਰ ਕਿ ਆਤਮ ਨਿਰਭਰ ਭਾਰਤ ਅਭਿਆਨ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਹੈਗਾ ਸਕਿੱਲ ਇੰਡੀਆ ਮਿਸ਼ਨ ਹੋ ਗਿਆ। ਸਕਿੱਲ ਇੰਡੀਆ ਮਿਸ਼ਨ ਦੇ ਨਾਲ ਜਿਹੜਾ ਹੈ ਲੋਕਾਂ ਨੂੰ ਅਲੱਗ-ਅਲੱਗ ਕੀਤੇ ਦੇ ਵਿੱਚ ਜਿਹੜਾ ਹੈ ਸਕਿੱਲ ਪ੍ਰੋਵਾਈਡ ਕੀਤੀ ਜਾਊਗੀ ਤਾਂ ਕਿ ਜੋ ਲੋਕ ਆਪਣੇ ਰੁਜ਼ਗਾਰ ਪੈਦਾ ਕਰ ਸਕਣ, ਤਾਂ ਕਿ ਜਿਹੜਾ ਅਮੀਰ ਗਰੀਬ ਦਾ ਜ਼ਿਆਦਾ ਹੀ ਗੈਪ ਵੱਧਦਾ ਜਾ ਰਿਹਾ ਹੈਗਾ ਤਾਂ ਲੋਕਾਂ ਨੂੰ ਇੱਕ ਰੁਜ਼ਗਾਰ ਦਾ ਸਾਧਨ ਮਿਲ ਸਕੇ। ਸਵੱਛ ਭਾਰਤ ਅਭਿਆਨ ਹੋ ਗਿਆ। ਸਵੱਛ ਭਾਰਤ ਅਭਿਆਨ ਕੀ ਹੈ ਜੀ, ਸਮਾਜਿਕ ਲੈਵਲ ਤੇ ਹੁਣ ਆਪਣੇ ਦੇਸ਼ ਦੇ ਵਿੱਚ ਸਫਾਈ ਦਾ ਰਹਿਣਾ ਵੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕੀ ਹੈ ਫਿਰ ਸਫਾਈ ਰਹੂਗੀ ਤਾਂ ਬਿਮਾਰੀਆਂ ਘੱਟ ਫੈਲਣਗੀਆਂ, ਲੋਕੀ ਸਵਸਥ ਰਹਿਣਗੇ। ਨੈਕਸਟ ਕੀ ਹੈ ਜੀ, ਬੇਟੀ ਬਚਾਓ ਬੇਟੀ ਪੜ੍ਹਾਓ ਕੈਂਪੇਨ। ਬੇਟੀ ਬਚਾਓ ਬੇਟੀ ਪੜ੍ਹਾਓ ਦੇ ਵਿੱਚ ਕੀ ਹੈ ਜੀ ਕਿ ਲੜਕੀਆਂ ਨੂੰ ਕਿਤੇ ਨਾ ਕਿਤੇ ਅੱਜ ਦੀ ਡੇਟ 'ਚ ਵੀ ਸਮਾਜ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਇਹ ਘਰਦਿਆਂ ਦੇ ਉੱਤੇ ਬੋਝ ਹੁੰਦੀਆਂ ਨੇਗੀਆਂ, ਪਰ ਇਹ ਕਿਤੇ ਨਾ ਇਹ ਆਈਡੀਓਲੋਜੀ ਵੀ ਆਪਣੇ ਹੁਣ ਹੌਲੀ ਘਟਦੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਬੇਟੀਆਂ ਵੀ ਬੇਟਿਆਂ ਦੇ ਬਰਾਬਰ ਹੀ ਹੁੰਦੀਆਂ ਨੇਗੀਆਂ। ਤੇ ਬੇਟੀ ਬਚਾਓ ਬੇਟੀ ਪੜ੍ਹਾਓ ਕੈਂਪੇਨ ਦੇ ਵਿੱਚ ਕੀ ਕਰ ਰਹੇ ਹਾਂ ਜੀ, ਆਪਾਂ ਵੂਮਨ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੇ ਹੈਗੇ ਆ ਤਾਂ ਕਿ ਵੂਮਨ ਵੀ ਆਪਣੇ ਸਮਾਜ ਦੇ ਵਿੱਚ ਜਿਹੜਾ ਹੈ ਇੱਕ ਮੇਜਰ ਰੋਲ ਪਲੇ ਕਰ ਸਕੇ। ਵੂਮਨ ਰਿਜ਼ਰਵੇਸ਼ਨ ਬਿੱਲ ਦੀ ਤੁਸੀਂ ਗੱਲ ਸੁਣੀ ਹੋਏਗੀ ਜੀ, ਤਾਂ ਕਿ ਜੋ ਹੈ ਵੂਮਨ ਦੀ ਰਿਪਰੈਜ਼ੈਂਟੇਸ਼ਨ ਹੈ ਆਪਣੀ ਪਾਰਲੀਮੈਂਟ ਦੇ ਵਿੱਚ ਤੇ ਸਟੇਟ ਲੈਜਿਸਲੇਚਰ ਦੇ ਵਿੱਚ ਵਧਾ ਸਕੀਏ, 33% ਰਿਜ਼ਰਵੇਸ਼ਨ ਉਹਨਾਂ ਨੂੰ ਦੇ ਸਕੀਏ। ਇਸ ਤੋਂ ਇਲਾਵਾ ਕੀ ਹੈ ਜੀ, ਸ਼ਰਮਵੇਗ ਜਯਤੇ ਯੋਜਨਾ, ਮਤਲਬ ਲੋਕਾਂ ਨੂੰ ਜਿਹੜਾ ਹੈ ਮਜ਼ਦੂਰ ਵਰਗ ਹੈਗਾ ਉਹਨਾਂ ਦੇ ਕੰਮਾਂ ਦੇ ਰਾਖੀ ਕਰ ਸਕੀਏ।
ਉਸ ਤੋਂ ਬਾਅਦ ਹੈਗਾ ਜੀ ਕੰਟਰੀਬਿਊਟਿੰਗ ਇਨ ਦਾ ਪੀਐਮ ਕੇਅਰ ਫੰਡ। ਤੁਸੀਂ ਸੁਣਿਆ ਹੋਵੇਗਾ ਜੀ ਜਦੋਂ ਕਰੋਨਾ ਦਾ ਟਾਈਮ ਆਇਆ ਸੀ ਤਾਂ ਪੀਐਮ ਕੇਅਰ ਫੰਡ ਦੀ ਕਾਫੀ ਚਰਚਾ ਚੱਲੀ ਸੀ ਕਿ ਲੋਕ ਇਹਦੇ ਵਿੱਚ ਪੈਸੇ ਪਾਉਣ ਤਾਂ ਸਰਕਾਰ ਜਿਹੜਾ ਹੈ ਲੋਕਾਂ ਦੇ ਵੈਲਫੇਅਰ ਲਈ ਕਦਮ ਚੱਕ ਸਕੇ। ਠੀਕ ਹੈ ਜੀ, ਤਾਂ ਇਦਾਂ ਦੇ ਕੁਝ ਸਕੀਮਾਂ ਚਲਾ ਕੇ ਜਿਹੜਾ ਹੈ ਸਰਕਾਰ ਕਿਤੇ ਨਾ ਕਿਤੇ ਜਿਹੜਾ ਹੈ ਲੋਕਾਂ ਦੇ ਵਿੱਚ ਅਸਮਾਨਤਾ ਜਾਂ ਸੋਸ਼ਲ ਲੈਵਲ ਤੇ ਜਸਟਿਸ ਦੇਣ ਦੀ ਗੱਲ ਕਰ ਰਹੀ ਹੋਏਗੀ। ਨੈਕਸਟ ਆਇਆ ਜੀ ਆਪਣੇ ਲਵੇ ਇਕਨੋਮਿਕ ਲੈਵਲ ਤੇ ਕੀ ਹੋਊਗਾ ਜੀ। ਇਕਨੋਮਿਕ ਲੈਵਲ ਤੇ ਇਦਾਂ ਵੀ ਦੇਖਣਾ ਪਊਗਾ ਵੀ ਆਪਣੇ ਜਿਹੜੇ ਦੇਸ਼ ਦੇ ਲੋਕ ਕੰਮ ਕਰਦੇ ਨੇਗੇ ਉਹਨਾਂ ਦੀ ਜੌਬ ਮਿਲੀ ਹੋਣੀ ਚਾਹੀਦੀ ਹੈਗੀ ਆ। ਜੌਬ ਤੋਂ ਇਲਾਵਾ ਕੀ ਹੈ ਜੀ, ਇੰਪਲੋਇਮੈਂਟ ਦੇ ਉਹਨਾਂ ਨੂੰ ਚਾਂਸਿਸ ਇਕੁਅਲ ਮਿਲਣੇ ਚਾਹੀਦੇ ਨੇਗੇ। ਉਹਨਾਂ ਦਾ ਜਿਹੜਾ ਹੈਗਾ ਇਨਵਾਇਰਨਮੈਂਟ ਤੇ ਉਹਨਾਂ ਦਾ ਇਨਵਾਇਰਨਮੈਂਟ ਲੈਵਲ ਤੇ ਆਪਾਂ ਇੰਨਾ ਜ਼ਿਆਦਾ ਪ੍ਰਦੂਸ਼ਣ ਨਾ ਕਰਦੇ ਹੋਏ ਤਾਂ ਕਿ ਜਿਹੜਾ ਹੈ ਨਾਲ ਦੇ ਨਾਗਰਿਕ ਜਿਹੜੇ ਰਹਿ ਰਹੇ ਨੇ ਉਹਨਾਂ ਦੀ ਸਿਹਤ ਖਰਾਬ ਕਰੀ ਚੱਲੀਏ। ਲੋਕਾਂ ਦੀ ਖੁਸ਼ੀ ਦਾ ਪੱਧਰ ਹੋ ਗਿਆ ਕਿ ਲੋਕ ਆਪਣੇ ਦੇਸ਼ ਦੇ ਵਿੱਚ ਕੰਮ ਕਰਦੇ ਹੋਏ ਹੈਪੀ ਹੈਗੇ ਨੇ, ਖੁਸ਼ ਹੈਗੇ ਨੇ ਕਿ ਨਹੀਂ। ਇਸ ਤੋਂ ਇਲਾਵਾ ਲਾਈਫ ਐਕਸਪੈਕਟੈਂਸੀ ਹੋ ਗਈ ਜੀ ਕਿ ਭਾਰਤ ਦੇ ਵਿੱਚ ਔਸਤਨ ਏਜ ਕਿੰਨੀ ਹੈਗੀ ਹੈ, ਲੋਕ ਕਿੰਨੇ ਆਪਣੇ ਜੀਵਨ ਕਾਲ ਹੈ ਜਿਹੜਾ ਉਹ ਸਵਸਥ ਰਹਿ ਕੇ ਜੀ ਰਹੇ ਨੇਗੇ। ਇਸ ਤੋਂ ਇਲਾਵਾ ਲੋਕਾਂ ਦੀ ਐਜੂਕੇਸ਼ਨ ਦਾ ਪੱਧਰ ਕਿੱਦਾਂ ਦਾ ਹੈਗਾ, ਲੋਕਾਂ ਦੀ ਮੇਨ ਐਜੂਕੇਸ਼ਨ ਕਿੰਨੀ ਚੱਲਦੀ ਹੈ, ਵੀ ਔਸਤਨ ਉਹਨਾਂ ਨੇ ਉਹ ਦੇਸ਼ ਦੇ ਲੋਕ ਕਿੰਨੇ ਪੜ੍ਹੇ ਲਿਖੇ ਨੇ। ਕੋਸਟ ਆਫ ਲਿਵਿੰਗ ਆ ਗਿਆ ਜੀ ਕਿ ਭਾਰਤ ਦੇ ਲੋਕਾਂ ਦੇ ਜਿਹੜਾ ਰਹਿਣ ਸਹਿਣ ਦਾ ਖਰਚਾ ਹੈਗਾ ਉਹ ਕਿੰਨਾ ਚੱਲ ਰਿਹਾ ਹੋਏਗਾ। ਲੋਕਾਂ ਦੇ ਕੋਲੇ ਘਰ ਹੈਗੇ ਨੇ, ਹਾਊਸਿੰਗ ਹੈਗੀ ਹੈ ਨਹੀਂ ਹੈਗੀ। ਰੀਅਲ ਇਨਕਮ ਕਿ ਲੋਕਾਂ ਕੋਲੇ ਜਿਹੜਾ ਪੈਸਾ ਆ ਰਿਹਾ ਉਹਦੇ ਤੇ ਸਰਕਾਰ ਕਿੰਨਾ ਟੈਕਸ ਲੈ ਰਹੀ ਹੈ, ਉਸ ਤੋਂ ਟੈਕਸ ਲੈਣ ਤੋਂ ਬਾਅਦ ਲੋਕਾਂ ਕੋਲੇ ਕਿੰਨਾ ਪੈਸਾ ਬਚ ਰਿਹਾ। ਤਾਂ ਇਕਨੋਮਿਕ ਲੈਵਲ ਤੇ ਵੀ ਕਿਤੇ ਨਾ ਕਿਤੇ ਜਿਹੜਾ ਹੈ ਜੀ ਅਲੱਗ-ਅਲੱਗ ਤਰੀਕੇ ਦੇ ਨਾਲ ਆਪਾਂ ਨਿਆਂ ਦੇਣ ਦੀ ਗੱਲ ਕਰ ਸਕਦੇ ਹੈਗੇ ਆ। ਨੈਕਸਟ ਆਇਆ ਜੀ ਆਪਣਾ ਆਰਟੀਕਲ ਨੰਬਰ 39 ਦੇ ਵਿੱਚ ਆਪਾਂ ਨੂੰ ਕਈ ਸਾਰੇ ਆਰਟੀਕਲਸ ਦੀ ਗੱਲ ਕਰਦੇ ਹਾਂ ਜੀ। ਪਹਿਲਾ ਆਇਆ ਦ ਰਾਈਟ ਟੂ ਐਡੂਕੇਟ ਮੀਨਸ ਆਫ ਲਾਈਵਲੀਹੁੱਡ ਫॉर ਆਲ ਸਿਟੀਜ਼ਨਸ ਕਿ ਭਾਰਤ ਦੇ ਲੋਕਾਂ ਨੂੰ ਜਿਹੜਾ ਹੈ ਐਡੂਕੇਟ ਮੀਨਸ ਆਫ ਲਾਈਵਲੀਹੁੱਡ ਮਿਲਣੇ ਚਾਹੀਦੇ ਨੇ ਤਾਂ ਕਿ ਇਦਾਂ ਨਾ ਹੋਵੇ ਕਿ ਹੁਣ ਇਹਦੇ ਵਿੱਚ ਕੀ ਹੈ ਜੀ ਕਿ ਲੋਕਾਂ ਨੂੰ ਜਿਹੜਾ ਹੈ ਕੰਮ ਕਰਨ ਦੇ ਇੰਨੇ ਕੁ ਤਾਂ ਰਿਸੋਰਸਿਸ ਹੋਣ ਜਾਂ ਕੰਮ ਕਰਨ ਦੇ ਲਈ ਇੰਨੇ ਕੁ ਚਾਂਸਿਸ ਮਿਲਣੇ ਚਾਹੀਦੇ ਨੇ ਤਾਂ ਕਿ ਉਹ ਜਿਹੜੀਆਂ ਹਿਊਮਨਸ ਦੀਆਂ ਬੇਸਿਕ ਨੀਡਸ ਨੇਗੀਆਂ ਰੋਟੀ ਕੱਪੜਾ ਮਕਾਨ ਦੀਆਂ ਆਪਾਂ ਉਹਨਾਂ ਨੂੰ ਵੀ ਪੂਰਾ ਕਰ ਸਕਦੇ ਹੋਈਏ। ਠੀਕ ਹੈ ਜੀ। ਨੈਕਸਟ ਆਇਆ ਦ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਮਟੀਰੀਅਲ ਸੋਰਸਿਸ ਆਫ ਦ ਕਮਿਊਨਿਟੀ ਫॉर ਦ ਕਾਮਨ ਗੁੱਡ। ਇਸ ਦੇ ਵਿੱਚ ਕੀ ਹੋਇਆ ਜੀ ਕਿ ਜਿਹੜੀਆਂ ਵੀ ਚੀਜ਼ਾਂ ਬੇਸਿਕਲੀ ਕਮਿਊਨਿਟੀ ਪਰਪਸ ਲਈ ਨੇ ਜਾਂ ਜਿਹੜੀਆਂ ਵੀ ਸਾਂਝੀਆਂ ਚੀਜ਼ਾਂ ਨੇ ਤਾਂ ਉਹਦੇ ਵਿੱਚ ਕੀ ਆ ਸਾਰੇ ਲੋਕਾਂ ਦਾ ਸਮਾਨ ਹੱਕ ਹੋਣਾ ਚਾਹੀਦਾ। ਸਾਰੇ ਲੋਕਾਂ ਨੂੰ ਉਹਦੇ ਵਿੱਚ ਸਮਾਨ ਪਾਰਟਿਸਿਪੇਸ਼ਨ ਮਿਲਣੀ ਚਾਹੀਦੀ ਹੈਗੀ ਹੈ। ਬਟ ਜਿਵੇਂ ਹੁਣ ਦੇਖੋ ਜੀ ਅਗਰ ਕਿਤੇ ਕਿਸੇ ਪਬਲਿਕ ਪਲੇਸ ਨੂੰ ਜਾਂ ਕਿਸੇ ਵੀ ਜਗ੍ਹਾ ਨੂੰ ਸਰਕਾਰ ਨੇ ਕਿਤੇ ਲੀਜ਼ ਤੇ ਦੇਣਾ ਹੋਵੇ ਤਾਂ ਉੱਥੇ ਤੁਸੀਂ ਵੀ ਅਪਲਾਈ ਕਰ ਸਕਦੇ ਹੈਗੇ, ਮੁਕੇਸ਼ ਅੰਬਾਨੀ ਵੀ ਅਪਲਾਈ ਕਰ ਸਕਦਾ ਹੈ, ਅਡਾਨੀ ਵੀ ਅਪਲਾਈ ਕਰ ਸਕਦਾ ਹੈਗਾ। ਇਦਾਂ ਦੇ ਮਤਲਬ ਕੀ ਹੈਗਾ ਵੀ ਜਿਹੜੇ ਕਿ ਆਪਣੇ ਦੇਸ਼ ਦੇ ਵਿੱਚ ਕਾਮਨ ਰਿਸੋਰਸਿਸ ਹੋਣਗੇ ਜਾਂ ਕਾਮਨ ਚੀਜ਼ਾਂ ਹੋਣਗੀਆਂ ਉਹਦੇ ਵਿੱਚ ਤੁਸੀਂ ਪਾਰਟਿਸਿਪੇਸ਼ਨ ਜਿਹੜੀ ਹੈ ਆਮ ਲੋਕਾਂ ਦੇ ਵੀ ਜਾਇਜ਼ ਕੀਤੀ ਜਾਵੇ ਤਾਂ ਕਿ ਜੋ ਲੋਕ ਹੈ ਆਮ ਲੋਕ ਵੀ ਇਸ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰ ਸਕਣ। ਉਹ ਗੱਲ ਅਲੱਗ ਹੈਗੀ ਹੈ ਜੀ ਕਿ ਕਿਤੇ ਨਾ ਕਿਤੇ ਪੈਸੇ ਦਾ ਬੋਲਬਾਲਾ ਹੁੰਦਾ ਹੈਗਾ। ਪੈਸੇ ਦੇ ਬੋਲਬਾਲੇ ਕਰਕੇ ਕੀ ਹੈਗਾ ਜਿੱਥੇ ਪੈਸਾ ਜ਼ਿਆਦਾ ਜਿਹੜਾ ਬੰਦਾ ਜ਼ਿਆਦਾ ਅਮੀਰ ਹੋਏਗਾ ਉਹਨੂੰ ਜ਼ਿਆਦਾ ਰਿਸੋਰਸਿਸ ਅਵੇਲੇਬਲ ਕਰਵਾ ਦਿੱਤੇ ਜਾਂਦੇ ਨੇ। ਠੀਕ ਹੈ ਜੀ। ਨੈਕਸਟ ਆ ਗਿਆ ਪ੍ਰੀਵੈਂਸ਼ਨ ਆਫ ਕੰਸੈਂਟ੍ਰੇਸ਼ਨ ਆਫ ਵੈਲਥ ਐਂਡ ਮੀਨਸ ਆਫ ਪ੍ਰੋਡਕਸ਼ਨ। ਇਹਦਾ ਕੀ ਮਤਲਬ ਹੋਇਆ ਜੀ ਕਿ ਭਾਰਤ ਦੇ ਵਿੱਚ ਆਪਾਂ ਨੇ ਦੇਸ਼ ਦਾ ਪੈਸਾ ਜਿਹੜਾ ਹੈ ਕੁਝ ਸੀਮਿਤ ਹੱਥਾਂ ਦੇ ਵਿੱਚ ਹੀ ਨਹੀਂ ਰੱਖਣ ਦੇਣਾ ਹੈਗਾ। ਇਸ ਦਾ ਮਤਲਬ ਕੀ ਹੋਇਆ ਜੀ ਕਿ ਇਦਾਂ ਨਹੀਂ ਹੋਣਾ ਚਾਹੀਦਾ ਕਿ ਸਪੋਜ਼ ਕਰੋ ਭਾਰਤ ਦੇ ਵਿੱਚ 1 ਲੱਖ ਰੁਪਈਆ ਹੈਗਾ ਤਾਂ ਇਹ 1 ਲੱਖ ਰੁਪਈਆ ਜਿਹੜਾ ਹੈ ਇਹਦੇ ਵਿੱਚੋਂ 90,000 ਰੁਪਇਆ ਤਾਂ 10 ਬੰਦਿਆਂ ਕੋਲ ਹੀ ਹੈ, ਬਾਕੀ 10,000 ਰੁਪਇਆ ਜਿਹੜਾ ਹੈ ਬਾਕੀ ਦੀ ਜਨਤਾ ਕੋਲੇ ਹੈਗਾ। ਤਾਂ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਆਪਣੇ ਦੇਸ਼ ਦੇ ਵਿੱਚ ਜਿਹੜਾ ਹੈ ਕੰਸੈਂਟ੍ਰੇਸ਼ਨ ਆਫ ਵੈਲਥ ਨੂੰ ਰੋਕਣਾ ਚਾਹੀਦਾ ਕਿ ਕੁਝ ਹੱਥਾਂ ਦੇ ਵਿੱਚ ਹੀ ਦੇਸ਼ ਦਾ ਸਾਰਾ ਪੈਸਾ ਨਾ ਹੋਵੇ। ਤਾਂ ਇਹਦੇ ਲਈ ਸਰਕਾਰ ਕੀ ਕਰਦੀ ਹੈ ਜੀ ਟੈਕਸ ਲਗਾਉਂਦੀ ਹੈਗੀ ਹੈ। ਜਿਹੜਾ ਬੰਦਾ ਜਿੰਨਾ ਜ਼ਿਆਦਾ ਅਮੀਰ ਹੋਊਗਾ ਉਹਦੇ ਤੋਂ ਉਨਾ ਹੀ ਜ਼ਿਆਦਾ ਟੈਕਸ ਲਿੱਤਾ ਜਾਊਗਾ। ਤੇ ਮੀਨਸ ਆਫ ਪ੍ਰੋਡਕਸ਼ਨ ਜਿਹੜੇ ਹੈਗੇ ਨੇ ਮੀਨਸ ਆਫ ਪ੍ਰੋਡਕਸ਼ਨ ਮਤਲਬ ਜਿਹੜਾ ਹੋ ਗਿਆ ਜੀ ਇਹ ਇਕਨੋਮੀ ਦੇ ਵਿੱਚ ਤੁਸੀਂ ਸੁਣਿਆ ਹੋਏਗਾ ਕਿ ਲੈਂਡ ਲੇਬਰ ਕੈਪੀਟਲ ਐਂਟਰਪ੍ਰੇਨਿਓਰਸ਼ਿਪ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਤਾਂ ਇਹਨਾਂ ਨੂੰ ਜਿਹੜਾ ਹੈ ਮੀਨਸ ਆਫ ਪ੍ਰੋਡਕਸ਼ਨ ਦੇ ਵਿੱਚ ਮਤਲਬ ਇਹ ਵੀ ਇਹਨਾਂ ਦੀ ਕੰਸੈਂਟ੍ਰੇਸ਼ਨ ਕੁਝ ਹੱਥਾਂ ਤੱਕ ਨਹੀਂ ਰਹਿਣੀ ਚਾਹੀਦੀ। ਭਾਰਤ ਦੇ ਵਿੱਚ ਜਿਹੜਾ ਹੈ ਜੀ 1947 ਤੋਂ ਲੈ ਕੇ 1991 ਤੱਕ ਜਿਹੜਾ ਆਪਣੀ ਪਾਲਿਸੀ ਜਾਂ ਆਪਣੀ ਸਰਕਾਰ ਦਾ ਝੁਕਾਅ ਸੀ ਉਹ ਸੋਸ਼ਲਿਜ਼ਮ ਵੱਲ ਜ਼ਿਆਦਾ ਸੀਗਾ, ਮਤਲਬ ਸਮਾਜਵਾਦ ਵੱਲ ਜ਼ਿਆਦਾ ਸੀ। ਸਮਾਜਵਾਦ ਦੀ ਆਈਡੀਓਲੋਜੀ ਬੇਸਿਕਲੀ ਇਹੀ ਕਹਿੰਦੀ ਹੈ ਜੀ ਕਿ ਆਪਾਂ ਨੇ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਵਰਕਰਸ ਦੀ ਜਾਂ ਲੋਕਾਂ ਦੀ ਭਲਾਈ ਦੇ ਲਈ ਕਦਮ ਚੁੱਕਣੇ ਨੇਗੇ। ਬਟ 1991 ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਜੀ ਭਾਰਤ ਦੇ ਵਿੱਚ ਆਪਣੇ LPG ਰਿਫਾਰਮਸ ਆਉਂਦੇ ਨੇ ਤੇ ਜਿਸ ਤੋਂ ਬਾਅਦ ਜਿਹੜਾ ਹੈ ਆਪਣੀ ਇਕਨੋਮੀ ਹੁਣ ਕੈਪੀਟਲਿਜ਼ਮ ਵੱਲ ਵੱਧ ਰਹੀ ਹੈ। ਠੀਕ ਹੈ ਜੀ। ਨੈਕਸਟ ਆਇਆ ਜੀ ਆਪਣੇ ਕੋਲੇ ਇਕੁਅਲ ਪੇ ਫॉर ਇਕੁਅਲ ਵਰਕ ਫॉर ਮੈਨ ਐਂਡ ਵੂਮੈਨ। ਇਕੁਅਲ ਪੇ ਫॉर ਇਕੁਅਲ ਵਰਕ ਮਤਲਬ ਕੀ ਹੋਇਆ ਜੀ ਕਿ ਸਮਾਨ ਕੰਮ ਲਈ ਜਿਹੜੇ ਮੇਲ ਜਾਂ ਫੀਮੇਲ ਹੋਣਗੇ ਇਹਨਾਂ ਨੂੰ ਜਿਹੜਾ ਹੈ ਇਕੁਅਲ ਪੇ ਦਿੱਤੀ ਜਾਊਗੀ।
ਇਸ ਦੀ ਚਰਚਾ ਜਿਹੜੀ ਹੈ ਜੀ ਬੇਸਿਕਲੀ ਜਦੋਂ ਆਪਾਂ ਡੇਲੀ ਵੇਜ ਵਰਕਰਸ ਦੀ ਗੱਲ ਕਰਦੇ ਹੈਗੇ ਆ ਉੱਥੇ ਆ ਜਾਂਦੀ ਹੈ, ਕਿਉਂਕਿ ਆਪਾਂ ਮੰਨ ਲੈਂਦੇ ਹੈਗੇ ਕਿ ਕਿਤੇ ਨਾ ਕਿਤੇ ਜਿਹੜੇ ਮੇਲ ਨੇ ਉਹ ਜ਼ਿਆਦਾ ਫਿਜ਼ੀਕਲ ਵਰਕ ਕਰਦੇ ਨੇ ਕਿ ਫੀਮੇਲ ਨਾਲੋਂ, ਠੀਕ ਹੈ ਜੀ। ਬਟ ਤੇ ਉਹਨਾਂ ਦੀ ਜਿਹੜਾ ਹੈ ਤਨਖਾਹ ਲੜਕੀਆਂ ਦੀ ਵੂਮਨਸ ਦੀ ਘੱਟ ਦਿੱਤੀ ਜਾਂਦੀ ਸੀ। ਤਾਂ ਇਹਦੇ ਵਿੱਚ ਕਿਹਾ ਗਿਆ ਕਿ ਇੱਕੋ ਤਰ੍ਹਾਂ ਦਾ ਅਗਰ ਕੰਮ ਮੇਲ ਵੀ ਕਰ ਰਿਹਾ ਅਤੇ ਫੀਮੇਲ ਵੀ ਕਰ ਰਹੀ ਹੈ ਤਾਂ ਉਹਨਾਂ ਦੀ ਜਿਹੜੀ ਹੈ ਤਨਖਾਹ ਵੀ ਬਰਾਬਰ ਹੀ ਦਿੱਤੀ ਜਾਊਗੀ। ਨੈਕਸਟ ਆਇਆ ਜੀ ਆਪਣੇ ਕੋਲੇ ਪ੍ਰੀਜ਼ਰਵੇਸ਼ਨ ਆਫ ਹੈਲਥ ਐਂਡ ਸਟਰੈਂਥ ਆਫ ਵਰਕਰਸ ਐਂਡ ਚਿਲਡਰਨ ਅਗੇਂਸਟ ਫੋਰਸੀਬਲ ਅਬਿਊਜ਼। ਇਹਦੇ ਵਿੱਚ ਕੀ ਕਿਹਾ ਗਿਆ ਜੀ, ਜਿਹੜੇ ਆਪਣੇ ਵਰਕਰ, ਇੱਕ ਚੀਜ਼ ਯਾਦ ਰੱਖਿਓ ਜੀ, ਮੇਜਰ ਜਿੱਥੇ ਕਿਤੇ ਵਰਕਰ ਲਿਖਿਆ ਤੁਹਾਨੂੰ ਆ ਜਾਊਗਾ ਤਾਂ ਵਰਕਰਸ ਤੋਂ ਇੰਨਾ ਕੁ ਆਈਡੀਆ ਰੱਖਿਓ ਵੀ ਇਹ ਸਿਧਾਂਤ ਜਿਹੜਾ ਹੈ ਕਿਤੇ ਨਾ ਕਿਤੇ ਆਪਣਾ ਸੋਸ਼ਲਿਜ਼ਮ ਦੇ ਜਾਂ ਸਮਾਜਵਾਦ ਦੇ ਸਿਧਾਂਤਾਂ ਤੇ ਹੀ ਚੱਲ ਰਿਹਾ ਹੋਊਗਾ। ਤਾਂ ਇਹਦੇ ਵਿੱਚ ਕੀ ਕਿਹਾ ਗਿਆ ਜੀ ਵੀ ਆਪਾਂ ਨੇ ਜਿਹੜਾ ਹੈ ਆਪਣੇ ਜਿਹੜੇ ਮਜ਼ਦੂਰ ਵਰਗ ਨੇ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਸਟਰੈਂਥ ਦੀ ਪ੍ਰੀਜ਼ਰਵੇਸ਼ਨ ਕਰਕੇ ਰੱਖਣੀ ਹੈਗੀ ਹੈ। ਤਾਂ ਇਦਾਂ ਨਹੀਂ ਹੈਗਾ ਕਿ ਆਪਾਂ ਕਿਸੇ ਤੋਂ ਅਗਰ ਕੰਮ ਕਰਾ ਰਹੇ ਹੈਗੇ ਆ ਤਾਂ ਉਹਦੇ ਤੋਂ 12 ਘੰਟੇ ਲਗਾਤਾਰ ਹੀ ਕੰਮ ਕਰਾਈ ਜਾਂਦੇ ਹੈਗੇ ਆ, ਜਿਹਦੇ ਨਾਲ ਕੀ ਹੈ ਉਹਦੀ ਸਿਹਤ ਖਰਾਬ ਹੋ ਜੇ। ਇਸ ਤੋਂ ਇਲਾਵਾ ਕੀ ਹੈ, ਬਾਲ ਮਜ਼ਦੂਰੀ ਨਹੀਂ ਹੋਣੀ ਚਾਹੀਦੀ ਹੈਗੀ। ਬਾਲ ਮਜ਼ਦੂਰੀ ਨੂੰ ਆਪਣੇ ਦੇਸ਼ ਦੇ ਵਿੱਚ ਕੀ ਹੈ ਜੀ ਬੰਦ ਕੀਤਾ ਗਿਆ ਹੈਗਾ। ਬਟ ਇਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਤੁਹਾਨੂੰ ਬੱਚੇ ਢਾਬਿਆਂ ਦੇ ਉੱਤੇ ਕੰਮ ਕਰਦੇ ਦੇਖਣ ਨੂੰ ਮਿਲ ਜਾਂਦੇ ਨੇਗੇ, ਉਹ ਉਹਨਾਂ ਦੀ ਮਜਬੂਰੀ ਹੈਗੀ। ਬਟ ਜਿਹੜਾ ਹੈ ਮਤਲਬ ਧੱਕੇ ਨਾਲ ਕਿਸੇ ਤੋਂ ਫੋਰਸੀਬਲੀ ਮਤਲਬ ਤੁਸੀਂ ਕੰਮ ਨਹੀਂ ਕਰਵਾ ਸਕਦੇ, ਬੱਚਿਆਂ ਤੋਂ ਤੁਸੀਂ ਕੰਮ ਨਹੀਂ ਕਰਵਾਉਣਾ ਹੈਗਾ, ਠੀਕ ਹੈ ਜੀ। ਤੇ ਨੈਕਸਟ ਹੈ ਓਪਰਚੁਨਿਟੀਜ਼ ਫॉर ਹੈਲਥੀ ਡਿਵੈਲਪਮੈਂਟ ਆਫ ਚਿਲਡਰਨ। ਓਪਰਚੁਨਿਟੀਜ਼ ਫॉर ਹੈਲਥੀ ਡਿਵੈਲਪਮੈਂਟ ਆਫ ਚਿਲਡਰਨ ਕੀ ਹੋਇਆ ਜੀ ਕਿ ਬੱਚਿਆਂ ਦੇ ਵਿਕਾਸ ਦੇ ਲਈ ਆਪਾਂ ਨੇ ਜਿਹੜਾ ਹੈ ਉਹਨਾਂ ਨੂੰ ਅਵਸਰ ਪ੍ਰਦਾਨ ਕਰਨੇ ਨੇ। ਜਿਵੇਂ ਛੋਟੇ ਹੁੰਦੇ ਬੱਚਿਆਂ ਨੂੰ ਜਿਹੜਾ ਹੈ ਜੀ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਨੇ, ਉਹਨਾਂ ਦੇ ਟੀਕੇ ਲਗਾਏ ਜਾਂਦੇ ਨੇ ਤਾਂ ਕਿ ਜਿਹੜਾ ਹੈ ਆਪਣੇ ਦੇਸ਼ ਦੇ ਵਿੱਚ ਪੋਲੀਓ ਦੀ ਬਿਮਾਰੀ ਹੋ ਗਈ ਜਾਂ ਇਸ ਤੋਂ ਇਲਾਵਾ ਜਿਹੜੀਆਂ ਹੋਰ ਬੱਚੇ ਦੀ ਨੈਸੈਸਿਟੀ ਲਈ ਜਿਹੜੀਆਂ ਇਮਿਊਨ ਸਿਸਟਮ ਨੂੰ ਸਟਰੋਂਗ ਰੱਖਣ ਲਈ ਉਹ ਬਿਮਾਰੀਆਂ ਤੋਂ ਬਚਣ ਲਈ ਟੀਕੇ ਲੱਗਦੇ ਨੇਗੇ, ਉਹਨਾਂ ਨੂੰ ਜਿਹੜਾ ਹੈ ਹੈਲਦੀ ਓਪਰਚੁਨਿਟੀਜ਼ ਪ੍ਰੋਵਾਈਡ ਕੀਤੀਆਂ ਜਾ ਸਕਣ। ਨੈਕਸਟ ਆਇਆ ਜੀ ਆਪਣੇ ਕੋਲੇ ਆਰਟੀਕਲ ਨੰਬਰ 39A। 39A ਜਿਹੜਾ ਹੈਗਾ ਜੀ ਇਹ ਆਪਣੇ ਸੰਵਿਧਾਨ ਦੇ ਵਿੱਚ 42ਵੀਂ ਸ਼ੋਧ 1976 ਦੁਆਰਾ ਐਡ ਕੀਤਾ ਗਿਆ। ਤੁਸੀਂ ਕਮੈਂਟ ਕਰਕੇ ਦੱਸਣਾ ਜੀ ਕਿ 42 ਅਮੈਂਡਮੈਂਟ 1976 ਦੇ ਨਾਲ ਆਪਾਂ ਨੇ ਪ੍ਰੈਂਬਲ ਦੇ ਵਿੱਚ ਕਿਹੜੇ 3 ਅੱਖਰ ਜੋੜੇ ਸੀਗੇ, ਠੀਕ ਹੈ ਜੀ। ਇਹਦੇ ਵਿੱਚ ਕੀ ਕਿਹਾ ਗਿਆ, ਟੂ ਪ੍ਰਮੋਟ ਇਕੁਅਲ ਜਸਟਿਸ ਐਂਡ ਟੂ ਪ੍ਰੋਵਾਈਡ ਫ੍ਰੀ ਲੀਗਲ ਏਡ ਟੂ ਦਾ ਪੂਅਰ। ਇਹਦੇ ਵਿੱਚ ਕੀ ਕਹਿੰਦਾ ਜੀ ਕਿ ਆਪਾਂ ਨੇ ਸਮਾਨ ਨਿਆਂ ਨੂੰ ਪ੍ਰਮੋਟ ਕਰਨਾ ਹੈਗਾ, ਲੋਕਾਂ ਦੇ ਵਿੱਚ ਸਮਾਨ ਨਿਆਂ ਵਿਵਸਥਾ ਬਣਾਉਣੀ ਹੈ। ਅਗਰ ਸਪੋਜ਼ ਕਰੋ ਜੀ ਕਿਸੇ ਗਰੀਬ ਬੰਦੇ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ, ਠੀਕ ਹੈ, ਤੇ ਉਹਦੇ ਕੋਲੇ ਰੋਟੀ ਖਾਣ ਜੋਗਾ ਦਾ ਪੈਸਾ ਨਹੀਂ ਹੈਗਾ ਤੇ ਉਹ ਬੰਦਾ ਵਕੀਲ ਕਿੱਥੋਂ ਕਰ ਲੂਗਾ। ਤਾਂ ਇਸ ਕੇਸ ਦੇ ਵਿੱਚ ਨਿਆਂ ਤਾਂ ਦੇਣਾ ਹੀ ਹੈਗਾ ਜੀ, ਜਸਟਿਸ ਆਪਾਂ ਨੇ ਪ੍ਰੋਵਾਈਡ ਕਰਨਾ, ਤਾਂ ਸਰਕਾਰ ਜਿਹੜਾ ਹੈ ਉਹ ਗਰੀਬ ਬੰਦੇ ਦੇ ਲਈ ਇੱਕ ਸਰਕਾਰੀ ਵਕੀਲ ਕਰਕੇ ਦੇ ਸਕਦੀ ਹੈਗੀ ਹੈ, ਮਤਲਬ ਕਰਕੇ ਦੇ ਸਕਦੀ ਹੈ, ਕਰਕੇ ਦੇਗੀ, ਠੀਕ ਹੈ ਜੀ। ਤਾਂ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਨੈਸ਼ਨਲ ਲੈਵਲ ਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਐਕਟ ਹੋ ਗਿਆ ਜੀ, ਸਟੇਟ ਲੈਵਲ ਤੇ ਸਾਲਸਾ ਐਕਟ ਹੋ ਗਿਆ। ਇਹ ਜਿਹੇ ਕੁਝ ਐਕਟ ਨੇ ਜਿਹੜੇ ਸਰਕਾਰ ਦੁਆਰਾ ਪਾਸ ਕੀਤੇ ਗਏ ਨੇਗੇ, ਠੀਕ ਹੈ ਜੀ। ਤੇ ਇਹਦੇ ਥਰੂ ਕੀ ਕਰਦੇ ਹੈਗੇ ਆਪਾਂ ਸਮਾਨ ਨਿਆਂ ਵਿਵਸਥਾ ਪ੍ਰਦਾਨ ਕਰਨ ਦੀ ਗੱਲ ਕਰਦੇ ਹੈਗੇ ਆ, ਕਿਉਂਕਿ ਭਾਰਤ ਦੇ ਵਿੱਚ ਇਦਾਂ ਦਾ ਕੋਈ ਬੰਦਾ ਨਾ ਰਹਿ ਜਾਏ ਜਿਹਨੂੰ ਕੀ ਹੈ ਨਿਆਂ ਨਾ ਮਿਲ ਸਕੇ। ਤਾਂ ਗਰੀਬ ਬੰਦੇ ਨੂੰ ਪੈਸੇ ਵਜੋਂ ਨਿਆਂ ਵਿਵਸਥਾ ਤੋਂ ਦੂਰ ਰਹਿਣ ਦੀ ਜ਼ਰੂਰਤ ਨਹੀਂ ਹੈਗੀ, ਵੀ ਉਹਨੂੰ ਜਿਹੜਾ ਹੈ ਨਿਆਂ ਦੇ ਅਵਸਰ ਪ੍ਰਦਾਨ ਕੀਤੇ ਜਾਣਗੇ। ਉਹਦੇ ਲਈ ਇੱਕ ਵਕੀਲ ਸਰਕਾਰ ਖੁਦ ਅਰੇਂਜ ਕਰਕੇ ਦੇਗੀ। ਨੈਕਸਟ ਹੈ ਜੀ ਆਪਣੇ ਲਵੇ ਆਰਟੀਕਲ ਨੰਬਰ 41। ਇੱਕ ਚੀਜ਼ ਯਾਦ ਰੱਖਿਓ ਜੀ, ਹੁਣ 39 ਤੋਂ ਬਾਅਦ ਸਿੱਧਾ 41 ਨੰਬਰ ਆ ਗਿਆ, ਤਾਂ ਆਰਟੀਕਲ 40 ਕਿਤੇ ਨਾ ਕਿਤੇ ਕਿਸੇ ਹੋਰ ਸਿਧਾਂਤ ਦੇ ਵਿੱਚ ਪਿਆ ਹੋਏਗਾ। ਤਾਂ ਇਹ ਪਹਿਲਾਂ ਜਿਹੜੇ ਨੇ ਆਪਾਂ ਇੱਕ ਵਾਰ 'ਚ ਸੋਸ਼ਲਿਜ਼ਮ ਵਾਲੇ ਜਾਂ ਸੋਸ਼ਲਿਸਟਿਕ ਪ੍ਰਿੰਸੀਪਲਸ ਦੀ ਗੱਲ ਕਰ ਰਹੇ ਹੈਗੇ ਆ, ਤੇ ਪਹਿਲਾਂ ਇੱਕ ਵਾਰ ਦੇ ਵਿੱਚ ਇਹਨਾਂ ਨੂੰ ਹੀ ਖਤਮ ਕਰਾਂਗੇ। ਇਹਦੇ ਵਿੱਚ ਕੀ ਕਿਹਾ ਗਿਆ ਜੀ, ਇਨ ਕੇਸ ਆਫ ਅਨਇੰਪਲੋਇਮੈਂਟ, ਏਜ, ਓਲਡ ਏਜ, ਸਿਕਨੈਸ ਐਂਡ ਡਿਸੇਬਲਮੈਂਟ, ਸਿਕਿਉਰ ਸਿਟੀਜ਼ਨਸ, ਰਾਈਟ ਟੂ ਵਰਕ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਪਬਲਿਕ ਅਸਿਸਟੈਂਸ। ਇਹਦੇ ਵਿੱਚ ਕੀ ਹੈ ਜੀ, ਜੇਕਰ ਕੋਈ ਬੰਦਾ ਬੇਰੁਜ਼ਗਾਰ ਹੋਵੇ, ਬੁਢਾਪੇ ਦੇ ਵਿੱਚ ਹੋਵੇ, ਬਿਮਾਰ ਹੋਵੇ ਜਾਂ ਉਹ ਫਿਜ਼ੀਕਲੀ ਡਿਸੇਬਲ ਹੋਵੇ, ਤਾਂ ਉਹਨਾਂ ਲਈ ਰਾਈਟ ਟੂ ਵਰਕ, ਰਾਈਟ ਟੂ ਐਜੂਕੇਸ਼ਨ ਜਾਂ ਪਬਲਿਕ ਅਸਿਸਟੈਂਸ ਦੇ ਪ੍ਰਾਵਧਾਨ ਵੀ ਆਪਣੀ ਸਰਕਾਰ ਬਣਾ ਸਕਦੀ ਹੈਗੀ ਹੈ। ਹੁਣ ਇਹਦੇ ਵਿੱਚ ਕੀ ਹੋ ਗਿਆ ਜੀ, ਜੇਕਰ ਕੋਈ ਬੰਦਾ ਬੇਰੁਜ਼ਗਾਰ ਹੈਗਾ ਤਾਂ ਉਹਨੂੰ ਰਾਈਟ ਟੂ ਵਰਕ ਕਿਵੇਂ ਦੇ ਸਕਦੀ ਹੈਗੀ ਆ। ਇੱਕ ਜਿਹੜਾ ਹੈ ਜੀ ਆਪਣੇ ਮਨਰੇਗਾ ਸਕੀਮ ਦੇ ਬਾਰੇ ਸੁਣਿਆ ਹੋਵੇਗਾ ਤੁਸੀਂ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਇਹਦੇ ਵਿੱਚ ਕੀ ਹੈ ਜੀ, ਰੂਰਲ ਏਰੀਆਜ਼ ਦੇ ਵਿੱਚ ਜਾਂ ਪਿੰਡੂ ਖੇਤਰ ਦੇ ਵਿੱਚ ਲੋਕਾਂ ਨੂੰ ਕੰਮ ਦੇਣ ਦਾ ਕੰਮ ਦੇ ਸਕਦੀ ਹੈਗੀ ਹੈ ਸਰਕਾਰ। ਇਸ ਤੋਂ ਇਲਾਵਾ ਕੀ ਹੈ ਜੀ, ਜਿਹੜੇ ਆਪਣੇ ਬਜ਼ੁਰਗ ਲੋਕ ਹੁੰਦੇ ਨੇ, ਬਜ਼ੁਰਗ ਲੋਕਾਂ ਨੂੰ ਬੁਢਾਪਾ ਪੈਨਸ਼ਨ ਹੋ ਗਈ, ਵਿਧਵਾ ਪੈਨਸ਼ਨ ਹੋ ਗਈ, ਇੱਦਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰ ਸਕਦੀ ਹੈ। ਜਿਹੜੇ ਵਿਅਕਤੀ ਆਪਣੇ ਅੰਗਹੀਨ ਹੁੰਦੇ ਨੇ ਜਾਂ ਕੋਈ ਫਿਜ਼ੀਕਲੀ ਡਿਸੇਬਲ ਹੁੰਦੇ ਨੇਗੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਜਿਹੜਾ ਹੈ ਮਤਲਬ ਜੌਬ ਦੇ ਵਿੱਚ ਰਿਜ਼ਰਵੇਸ਼ਨ ਜਾਂ ਜੌਬ ਦੇ ਵਿੱਚ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਨੂੰ ਦੇਖਦੇ ਹੋਏ ਕੰਮ ਕਰ ਸਕਦੇ ਹੈਗੀ ਹੈ। ਬਿਮਾਰੀ ਦੇ ਕੇਸ ਦੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਕੋਈ ਨਾ ਕੋਈ ਸਪੈਸ਼ਲ ਰਾਈਟਸ ਦੇ ਸਕਦੀ ਹੈਗੀ ਹੈ। ਤਾਂ ਇਹ ਸਾਰੇ ਆਰਟੀਕਲ 41 ਦੇ ਵਿੱਚ ਆ ਗਏ, ਠੀਕ ਹੈ ਜੀ। ਔਰ ਇੱਕ ਚੀਜ਼ ਦਾ ਧਿਆਨ ਰੱਖਿਓ ਜੀ, ਹੁਣ ਜੇਕਰ ਆਪਾਂ ਕਹਿ ਦਈਏ ਵੀ ਰਾਈਟ ਟੂ ਵਰਕ ਹੈ ਜਿਹੜਾ ਕੰਮ ਕਰਨ ਦਾ ਅਧਿਕਾਰ, ਜੇਕਰ ਇਹ ਸਾਰੇ ਨੂੰ ਆਪਾਂ ਲੀਗਲੀ ਸੈਂਕਸ਼ਨ ਹੀ ਬਣਾ ਦਿੰਦੇ, ਮਤਲਬ ਸਰਕਾਰ ਨੂੰ ਮੰਨਣਾ ਹੀ ਪੈ ਜਾਂਦਾ, ਤਾਂ ਆਪਣੇ ਦੇਸ਼ ਦੀ ਆਬਾਦੀ ਨੂੰ ਦੇਖਦੇ ਹੋਏ ਇੰਨੀਆਂ ਨੌਕਰੀਆਂ ਸਰਕਾਰ ਕਿੱਥੋਂ ਪੈਦਾ ਕਰਦੀ।
इसे कुछ कारणों करके जिहड़ा है ये वाले भाग नूं आपां ने नॉन जस्टिसेबल इन नेचर रखिया हैगा, क्योंकि जेकर इहदे आधार ते आपां सारे जाने नौकरियां मंगण लई फिर तां सुप्रीम कोर्ट हाई कोर्ट दे विच केसां दी कमी पहले ही नहीं हैगी जी, फिर होर ज़्यादा केस हो जाने सीगे। ठीक है जी, तां इसे करके जिहड़ा है ये पार्ट नूं नॉन जस्टिसेबल रखिया गया कि जदों जदों सरकार कोले रिसोर्सिस आंदे जाणगे सरकार जिहड़ा है लोकां दी भलाई लई उसे तरीके नाल स्टैप चकदी रहेगी। नैक्सट आया जी अपने लवे आर्टिकल नंबर 42। आर्टिकल नंबर 42 की कहता है जी टू मेक प्रोविजन फॉर जस्ट एंड ह्यूमन कंडीशंस ऑफ वर्क एंड मैटरनिटी रिलीफ। ਇਹਦਾ मतलब की होया जी, हुण जेकर मैं कहा भी मैं किसी बंदे नूं सपोज करो सरकार ने मनरेगा एक्ट के अंदर किसी बंदे नूं काम ते रखिया, ठीक है जी, तो उत्थे ऐ नहीं कहूगी सरकार भी तू सारा दिन भाई धुप्पे खड़ा रह या तू सारा दिन जिहड़ा हैगा घाह ही कटदा रह या पेड़ां दी है ना काट छाट करदा रह। तो ये की है कि अगर आप किसी बंदे तो काम लै रहे हैं तो वह काम करन दियां जिहड़ियां हदायतां ने या कंडीशनस नेगियां वो सही होणियां चाहीदियां ने। अंग्रेज़ां दे टाइम ते की हुंदा सी जी, अपने भारत के लोगों तो 16-16 18-18 घंटे तक काम लिया जाता सी ते नेर घुप कमरिਆਂ ਦੇ ਵਿੱਚ ਜਿਹੜਾ है भारत के लोग काम करते रहंदे सी। हुण जेकर कोई बंदा फैक्ट्री ਦੇ ਵਿੱਚ काम कर रहा होवे ਤਾਂ फैक्ट्री ਦੇ ਵਿੱਚ ਪਹਿਲਾਂ ਤਾਂ लाइटिंग की फैसिलिटी होनी चाहिए है, प्रॉपर वेंटिलेशन होनी चाहिए है, हवा आनी चाहिए है, पीने वाले पानी की व्यवस्था होनी चाहिए है। इनकेस अगर कोई एमरजेंसी हो जाए तो फस्ट एड की फैसिलिटी होनी चाहिए है और इस तो इलावा एंबूलेंस की भी फैसिलिटी हो सकती हैगी है। तो इदां दे कुछ की ने जी अपनी को सोसाइटी के मतलब काम करन दियां ह्यूमन दियां कंडीशनस होनियां चाहिए ने कि जिहदे बेसिस ते की हैगा अपने वर्कर्स नूं काम करन दे विच कोई दिक्कत ना आवे। ठीक है जी, अगर सपोज करो मैं इंस्टीट्यूट के विच ही काम कर रहा हैगा तो अगर इत्थे सपोज करो हुण लैक्चर रिकॉर्ड करन लई कैमरा ही ना हुंदा या लाइट ना हुंदी या ब्लैक बोर्ड ना हुंदा तो मैं इत्थे पढ़ा किवें सकदा सी, काम किवें कर सकदा सी। तो हरेक सिचुएशन दे विच की है कि काम करन वाले कामिਆਂ दी जिहड़ियां ने सिचुएशनस वो सही होणियां चाहीदियां नेगियां। इस तो इलावा की है जी नैक्सट आया अपने कोले मैटरनिटी रिलीफ और अलग अलग टाइम ते जी जिहड़ा हैगा फैक्ट्रीज एक्ट पहला फैक्ट्रीज एक्ट दूजा जिहड़ा है ਉਹਦੇ ਵਿੱਚ ਪਹਿਲਾਂ वूमेनस ਦੀ भी काम करन दे या चिल्ड्रन ਦੇ काम करन ਤੇ रोक लगाई, दूजे ਦੇ ਵਿੱਚ ਜਿਹੜਾ है वूमेन ਦੇ काम करन ਤੇ रोक लगाई गई। ਤਾਂ अलग-अलग ਸਮੇਂ ਤੇ ਸਰਕਾਰਾਂ ਦੁਆਰਾ अलग-अलग एक्ट पास ਕੀਤੇ ਗਏ ਨੇਗੇ ਇਸ ਚੀਜ਼ ਨੂੰ ਹਿਊਮਨ ਕੰਡੀਸ਼ਨ ਨੂੰ ਸੋਲਵ ਕਰਨ ਦੇ ਲਈ, ਤਾਂ ਕਿ ਜਿਹੜਾ ਹੈ ਬੰਦੇ ਦੀ ਸਕਿੱਲਸ ਹੋ ਗਈਆਂ, ਇਹਨਾਂ ਦੀ ਪ੍ਰਮੋਸ਼ਨ ਹੋ ਗਈ, ਇਹਨਾਂ ਦੇ ਰਾਈਟਸ ਹੋ ਗਏ, ਇਹਨਾਂ ਨੂੰ ਵਾਇਲੇਟ ਨਾ ਕੀਤਾ ਜਾ ਸਕੇ। ਕੋਈ ਬੰਦਾ ਜਿਹੜਾ ਹੈਗਾ ਜੀ ਹੁਣ जेकर तुसी किसी भी बंदे तो काम लैने है तो पहला जिहड़ा है आप अज की डेट के 8 घंटे तक किसी बंदे तो काम लैने है। ठीक है जी, अगर कोई बंदा दिहाड़ी ते भी काम करता है तो वह ऐ नहीं है भी 8 घंटे काम करता रहू, 4-5 घंटे काम करके उन्होंने जिहड़ा है अद्धे पौने घंटे की ब्रेक देवांगे, वो बंदा जिहड़ा है रोटी पानी खाऊगा, रेस्ट करूगा, उस तो बाद फिर आपका जिहड़ा है काम करूगा। अगर उस तो 8 या 9 घंटे तो बाद जेकर वो बंदा काम करना चाह रहा है तो उसका उन्होंने जिहड़ा है ओवर टाइम दिता भी जा सकता है। ठीक है जी, तो इदा मतलब कुछ एक्ट जिहड़े ने अपने सरकार द्वारा पास किए गए हैं। तो मैटरनिटी रिलीफ की कहते हैं जी, मैटरनिटी रिलीफ की आ गया बेसिकली कि वूमेन जिहड़ी है जी, वूमेन हुण अपने समाज का अभिनय हिस्सा है तो इनू जिहड़ा है वूमेन सब तो ज़्यादा किसी ते डिपेंडेंट कदों होंदी है जदों वूमेन है जिहड़ी ओह प्रैगनेंट होवे। ठीक है जी, हुण पहला तो वूमेन ने आपदा ध्यान रखना हुंदा है ते जदों प्रैगनेंसी का टाइम पीरियड चलदा हुंदा है उन्होंने आपदे बच्चे का भी ध्यान रखना पैंदा है। अगर जेकर वूमेन प्रैगनेंसी दे विच किते काम करे, सपोज करो मेहनत मजदूरी का काम करे तो उन्होंने जिहड़ा है बेसिक न्यूट्रीएंट्स भी ना मिलन तो वह किते ना किते जिहड़ा है जी मतलब आप भी बीमार होएगी और अपने बच्चे के लिए भी वह हानिकारक होएगा। तो मैटरनिटी रिलीफ दे विच की हो गया जी जनेपा सहूलतां जिहड़ियां नेगियां वो वूमेन नूं मिलनियां चाहीदियां नेगियां। तो मैटरनिटी रिलीफ दे विच की कहा जाता है कि जेकर प्रैगनेंसी दे विच वूमेन नूं छुट्टियां की जरूरत हैगी है तो वूमेन नूं छुट्टियां प्रोवाइड कीतियां जांदियां ने ते ओहदी जिहड़ी है हुण उस टाइम ते उन्होंने न्यूट्रीशन की भी जरूरत हैगी है, पैसे की भी जरूरत हैगी है, तो उस टाइम ते उन्हां दी सैलरी दित्ती जावे। ठीक है जी, तो मतलब वो सब तो ज़्यादा क्रूशियल पीरियड होंदा जी मतलब डिलीवरी के टाइम तो लैके 42 दिनों तक जिहड़ा है सब तो ज़्यादा क्रूशियल टाइम पीरियड मन्निया जाता है। तो ये टाइम के विच जिहड़ा है वूमेन ना तो कोई काम कर सकती है तो उन्होंने जिहड़ा है न्यूट्रीशन भी चाहिए है, इस तो इलावा की है वो पूरी तरह दूजिਆਂ ते निर्भर हो जाती हैगी है। इन्हां नूं देखते हुए जिहड़ा है जी एक सरकार की स्कीम का नाम है प्रधानमंत्री मातृत्व वंदना योजना। तो ये की करती है जी सरकार नीयर अबाउट 6000 रुपया मतलब वूमेन के अकाउंट के विच पाउण दा काम करेगी। इदा नहीं इकट्ठा आऊगा, 2-2 हज़ार की इंस्टॉलमेंट के विच आऊगा, 2000 डिलीवरी तो पहला, 2000 डिलीवरी के टाइम तो 2000 डिलीवरी तो बाद। इस तो इलावा जिहड़ा है जी सरकारी हस्पतालों के विच वूमेन की फ्री मैडिकल चैकअप भी हो सकता है टाइम टू टाइम, ताकि देखा जा सके कि वूमेन की जिहड़ी मतलब कंडीशन हैगी है वो सही होवे। ठीक है जी, तो मतलब अलग अलग तरीके नाल जिहड़ा है सरकार ये चीज़ों को फॉलो कर रही है। नैक्सट आया जी अपने लवे आर्टिकल नंबर 43। आर्टिकल नंबर 43 की कहता है जी
ਆਰਟੀਕਲ 43 ਕੀ ਕਹਿੰਦਾ ਜੀ, ਟੂ ਸਿਕਿਉਰ ਏ ਲਿਵਿੰਗ ਵੇਜ, ਏ ਡੀਸੈਂਟ ਸਟੈਂਡਰਡ ਆਫ ਲਿਵਿੰਗ ਐਂਡ ਸੋਸ਼ਲ ਐਂਡ ਕਲਚਰਲ ਓਪਰਚੁਨਿਟੀਜ਼ ਫॉर ਆਲ ਵਰਕਰਸ। ਇਹਦੇ ਵਿੱਚ ਮੇਨ ਚੀਜ਼ ਕੀ ਆਈ ਜੀ ਕਿ ਆਪਾਂ ਨੇ ਜਿਹੜਾ ਹੈ ਲਿਵਿੰਗ ਵੇਜ ਦੀ ਗੱਲ ਕਰਨੀ ਹੈਗੀ ਹੈ। ਹੁਣ ਮਿਨੀਮਮ ਵੇਜ ਤੇ ਲਿਵਿੰਗ ਵੇਜ ਦੇ ਵਿੱਚ ਥੋੜਾ ਫਰਕ ਹੈ ਜੀ। ਮਿਨੀਮਮ ਵੇਜ ਤਾਂ ਉਹ ਹੋਗੀ ਜਿਹਦੇ ਵਿੱਚ ਆਪਾਂ ਨੇ ਸਿਰਫ ਕੀ ਕਰਨਾ ਹੈਗਾ, ਰੋਟੀ ਕੱਪੜਾ ਮਕਾਨ ਦੀ ਗੱਲ ਕਰਨੀ ਹੈ ਕਿ ਸਮਾਜ ਜਿਹੜਾ ਹੈ ਬਸ ਆਪਣੀਆਂ ਬੇਸਿਕ ਜ਼ਰੂਰਤਾਂ ਦੀ ਨੀਡ ਪੂਰੀ ਕਰ ਸਕੇ, ਰੋਟੀ ਕੱਪੜਾ ਮਕਾਨ ਦੀ। ਬਟ ਹੁਣ ਸਮਾਜ ਦੇ ਵਿੱਚ ਰਹਿੰਦੇ ਹੋਏ ਸਿਰਫ ਰੋਟੀ ਕੱਪੜਾ ਮਕਾਨ ਤਾਂ ਹੀ ਨਹੀਂ ਬੰਦੇ ਦੀਆਂ ਜ਼ਰੂਰਤਾਂ ਹੁੰਦੀਆਂ ਜੀ। ਬੰਦੇ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈਗਾ, ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈਗਾ। ਅਗਰ ਕੋਈ ਬੰਦਾ ਪਰਿਵਾਰ ਦੇ ਵਿੱਚ ਬਿਮਾਰ ਹੋ ਜੇ ਤਾਂ ਉਹਦਾ ਇਲਾਜ ਵੀ ਕਰਾਉਣਾ, ਹੈਲਥ ਦਾ ਵੀ ਫੈਸਿਲਿਟੀ ਹੋਣੀ ਚਾਹੀਦੀ ਹੈ। ਤਾਂ ਆਪਣੇ ਸਮਾਜ ਦੇ ਵਿੱਚ ਲੋਕਾਂ ਦੀ ਤਨਖਾਹ ਜਾਂ ਲੋਕਾਂ ਕੋਲੇ ਲਿਵਿੰਗ ਵੇਜ ਇੰਨੀ ਕੁ ਤਾਂ ਹੋਵੇ ਤਾਂ ਕਿ ਉਹ ਆਪਣਾ ਜਿਹੜਾ ਰਹਿਣ ਸਹਿਣ ਹੈ, ਆਪਣਾ ਜੀਵਨ ਨਿਰਵਾਹ ਇੱਕ ਚੰਗੇ ਤਰੀਕੇ ਨਾਲ ਕਰ ਸਕਣ, ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੈ ਜਾਂ ਸਟੈਂਡਰਡ ਆਫ ਲਿਵਿੰਗ ਹੈ ਉਹ ਥੋੜਾ ਬਹੁਤ ਉੱਚਾ ਉੱਠ ਸਕੇ। ਅਗਰ ਕੋਈ ਬੰਦਾ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੋਏਗਾ ਤਾਂ ਉਹ ਇਸੇ ਉਮੀਦ ਨਾਲ ਪੜ੍ਹਾ ਰਿਹਾ ਹੋਏਗਾ ਕਿ ਅੱਗੇ ਜਾ ਕੇ ਮੇਰਾ ਬੱਚਾ ਜਿਹੜਾ ਹੈਗਾ ਕੋਈ ਚੰਗੀ ਨੌਕਰੀ ਤੇ ਲੱਗ ਜਾਊਗਾ, ਤਾਂ ਕਿ ਜਿਹੜਾ ਹੈ ਜਿਹੜੇ ਧੱਕੇ ਮੈਂ ਖਾਦੇ ਨੇ ਉਹਨੂੰ ਨਾ ਖਾਣੇ ਪੈਣ। ਤਾਂ ਇਹਦੇ ਨਾਲ ਕੀ ਹੈ, ਕਿਤੇ ਨਾ ਕਿਤੇ ਆਪਾਂ ਆਪਣੇ ਸਮਾਜ ਦੇ ਵਿੱਚ ਲੋਕਾਂ ਦਾ ਜੀਵਨ ਮਿਆਰ ਜਾਂ ਜੀਵਨ ਪੱਧਰ ਉੱਚਾ ਚੱਕਣ ਦੀ ਗੱਲ ਕਰ ਰਹੇ ਹੋਵਾਂਗੇ। ਠੀਕ ਹੈ ਜੀ। ਨੈਕਸਟ ਆਇਆ ਆਰਟੀਕਲ ਨੰਬਰ 43A। 43A ਵੀ ਯਾਦ ਰੱਖਿਓ ਜੀ, ਇਹ ਐਡ ਕੀਤਾ ਗਿਆ 42ਵੀਂ ਅਮੈਂਡਮੈਂਟ ਐਕਟ 1976 ਦੇ ਨਾਲ। ਇਹਦੇ ਵਿੱਚ ਕਿਹਾ ਗਿਆ ਕਿ ਰਾਈਟ ਟੂ ਟੇਕ ਸਟੈਪਸ ਟੂ ਸਿਕਿਉਰ ਦ ਪਾਰਟਿਸਿਪੇਸ਼ਨ ਆਫ ਵਰਕਰਸ ਇਨ ਦ ਮੈਨੇਜਮੈਂਟ ਆਫ ਇੰਡਸਟਰੀਜ਼, ਕਿ ਆਪਾਂ ਨੇ ਇਦਾਂ ਦੇ ਕਦਮ ਚੁੱਕਣੇ ਨੇ ਜਿਹਦੇ ਨਾਲ ਆਪਾਂ ਆਪਣੇ ਜਿਹੜੇ ਵਰਕਰਸ ਨੇ, ਕਾਮੇ ਨੇ, ਇਹਨਾਂ ਦੀ ਮੈਨੇਜਮੈਂਟ ਦੇ ਵਿੱਚ ਰੋਲ ਨੂੰ ਦੇਖ ਸਕੀਏ। ਹੁਣ ਤੁਸੀਂ ਕਿਸੇ ਵੀ ਫੈਕਟਰੀ ਦੇ ਵਿੱਚ ਜਾਂਦੇ ਹੋਵੋਗੇ ਜੀ, ਉੱਥੇ ਕਿਤੇ ਨਾ ਕਿਤੇ ਤੁਹਾਨੂੰ ਇੱਕ ਸੁਜੈਸ਼ਨ ਬਾਕਸ ਲਿਖਿਆ ਦਿਖ ਜੂਗਾ, ਤਾਂ ਕਿ ਜੇ ਕੋਈ ਬੰਦੇ ਨੂੰ ਕੋਈ ਸੁਜੈਸ਼ਨ ਲੱਗਦਾ ਹੈਗਾ ਵੀ ਆਪਾਂ ਆਪਣੀ ਕੰਪਨੀ ਨੂੰ ਵਧੀਆ ਤਰੀਕੇ ਨਾਲ ਕਿੱਦਾਂ ਰਨ ਕਰ ਸਕਦੇ ਹੈਗੇ ਆ, ਤਾਂ ਉਹਦੇ ਵੀ ਕੰਮ ਦੇਖ ਸਕੀਏ। ਇਸ ਤੋਂ ਇਲਾਵਾ ਤੁਸੀਂ ਪਹਿਲਾਂ ਦੀਆਂ ਪੁਰਾਣੀਆਂ ਫਿਲਮਾਂ ਦੇਖੀਆਂ ਹੋਣਗੀਆਂ ਜੀ ਕਦੇ ਨਾ ਕਦੇ ਤਾਂ ਉਹਦੇ ਵਿੱਚ ਕੀ ਦਿਖਾਉਂਦੇ ਨੇ ਵੀ ਜਦੋਂ ਕਦੇ ਮਜ਼ਦੂਰਾਂ ਨੇ ਆਪਦੇ ਮਾਲਕਾਂ ਤੋਂ ਕੋਈ ਗੱਲ ਮਨਾਣੀ ਹੁੰਦੀ ਸੀ, ਉਹ ਪਹਿਲਾਂ ਹੜਤਾਲ ਕਰਦੇ ਸੀਗੇ, ਫਿਰ ਉਹਨਾਂ ਦਾ ਇੱਕ ਲੀਡਰ ਜਾ ਕੇ ਮਾਲਕ ਨਾਲ ਗੱਲ ਕਰਦਾ ਸੀਗਾ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਸਾਨੂੰ ਬੋਨਸ ਦਿੱਤਾ ਜਾਵੇ। ਤਾਂ ਇਹਦੇ ਨਾਲ ਕੀ ਹੈਗਾ ਵੀ ਆਪਾਂ ਕੰਪਨੀ ਦੀ ਮੈਨੇਜਮੈਂਟ ਦੇ ਵਿੱਚ ਆਪਣਾ ਇੱਕ ਹਿੱਸਾ ਮੰਗਦੇ ਹਾਂ, ਕਿਉਂਕਿ ਹੁਣ ਮਜ਼ਦੂਰ ਤਾਂ ਸਾਰੇ ਕੰਮ ਕਰਦੇ ਨੇ, ਸਾਰਾ ਮੁਨਾਫਾ ਕੌਣ ਲੈ ਜਾਂਦਾ? ਕੰਪਨੀ ਦਾ ਮਾਲਕ ਲੈ ਜਾਂਦਾ ਹੈਗਾ। ਤਾਂ ਮਜ਼ਦੂਰਾਂ ਨੂੰ ਵੀ ਰਾਈਟ ਹੈਗਾ ਕਿ ਉਹ ਆਪਣੀਆਂ ਜਿਹੜੀਆਂ ਹੱਕ ਨੇਗੇ ਜਾਂ ਆਪਣੀਆਂ ਡਿਮਾਂਡਸ ਨੇਗੀਆਂ ਉਹ ਮਾਲਕ ਤੱਕ ਪਹੁੰਚਾਉਣ, ਆਪਣਾ ਜਿਹੜਾ ਰੋਲ ਹੈਗਾ ਉਹ ਮੈਨੇਜਮੈਂਟ ਦੇ ਵਿੱਚ ਪਲੇ ਕਰ ਸਕਣ। ਤੇ ਇਸ ਦੇ ਨਾਲ ਹੀ ਕੀ ਕਰਦੇ ਨੇ ਜੀ, ਡਿਮਾਂਡ ਦੇ ਆਧਾਰ ਤੇ ਮਤਲਬ ਮਜ਼ਦੂਰ ਆਪਣੇ ਜਿਹੜਾ ਹੈ ਜੀ ਕੰਪਨੀ ਦੇ ਨਾਲ ਵਫਾਦਾਰ ਵੀ ਰਹਿੰਦੇ ਨੇ। ਉਹਨਾਂ ਨੂੰ ਪਤਾ ਜਦ ਸਾਡੀ ਕੰਪਨੀ ਗੱਲ ਸੁਣ ਰਹੀ ਹੈ, ਕੰਪਨੀ ਸਾਡੇ ਲਈ ਅੱਛੇ ਸਟੈਪ ਚੱਕ ਰਹੀ ਹੈ। ਹੁਣ ਦੀਵਾਲੀ ਦੇ ਦਿਨ ਆਉਣਗੇ ਜੀ, ਦੀਵਾਲੀ ਦੇ ਦਿਨਾਂ ਦੇ ਵਿੱਚ ਤੁਸੀਂ ਸੁਣਨ ਨੂੰ ਮਿਲੂਗਾ ਕਿ ਕਿਸੇ ਕੰਪਨੀ ਦੇ ਓਨਰ ਨੇ ਆਪਣੇ ਮਜ਼ਦੂਰਾਂ ਨੂੰ ਗੱਡੀਆਂ ਦੇਤੀਆਂ ਹੈਗੀਆਂ ਨੇ। ਇਸ ਤੋਂ ਇਲਾਵਾ ਕੀ ਹੈਗਾ, ਕੋਈ ਬੰਦਾ ਕਿਸੇ ਨੂੰ ਸੋਨੇ ਦੀ ਘੜੀ ਗਿਫਟ ਕਰ ਦੂਗਾ, ਕੋਈ ਹੀਰੇ ਦੀਆਂ ਅੰਗੂਠੀਆਂ ਗਿਫਟ ਕਰ ਦੂਗਾ। ਤਾਂ ਉਹਦੇ ਵਿੱਚ ਕੀ ਕਰ ਰਹੇ ਨੇ, ਆਪਣੇ ਵਰਕਰਸ ਨੂੰ ਖੁਸ਼ ਰੱਖਣ ਦਾ ਕੰਮ ਕਰਦੇ ਨੇ ਕਿ ਕੰਪਨੀਆਂ ਦੇ ਮਾਲਕ। ਤਾਂ ਕਿਉਂਕਿ ਕੰਪਨੀ ਦੇ ਮਾਲਕਾਂ ਨੂੰ ਵੀ ਪਤਾ ਹੈ ਜੀ ਕਿ ਮਜ਼ਦੂਰਾਂ ਦੇ ਸਿਰ ਤੇ ਹੀ ਸਾਰਾ ਕੰਮ ਚੱਲ ਰਿਹਾ, ਤੇ ਇਹਨਾਂ ਦਾ ਆਪਣੇ ਲਈ ਨਾਲ ਰਹਿਣਾ ਜਾਂ ਇਹਨਾਂ ਦਾ ਆਪਣੇ ਨਾਲ ਜੁੜ ਕੇ ਰਹਿਣਾ ਵੀ ਜ਼ਰੂਰੀ ਹੁੰਦਾ ਹੈਗਾ। ਤੇ ਨੈਕਸਟ ਆਇਆ ਜੀ ਆਪਣੇ ਲਵੇ ਆਰਟੀਕਲ 47। ਆਰਟੀਕਲ 47 ਕੀ ਕਹਿੰਦਾ ਜੀ, ਰੇਜ਼ ਦਾ ਲੈਵਲ ਆਫ ਨਿਊਟ੍ਰੀਸ਼ਨ ਐਂਡ ਸਟੈਂਡਰਡ ਆਫ ਲਿਵਿੰਗ ਆਫ ਦਾ ਪੀਪਲ ਐਂਡ ਟੂ ਇੰਪਰੂਵ ਪਬਲਿਕ ਹੈਲਥ। ਹੁਣ ਇਹਦੇ ਵਿੱਚ ਕੀ ਆਇਆ ਜੀ ਕਿ ਆਪਾਂ ਨੇ ਲੋਕਾਂ ਦਾ ਲੈਵਲ ਆਫ ਨਿਊਟ੍ਰੀਸ਼ਨ ਚੱਕਣਾ ਹੈ। ਕਿ ਹੁਣ ਦੇਖੋ ਜੀ, ਸਰਕਾਰ ਨੇ ਪਹਿਲਾਂ ਆਪਣੇ ਦੇਸ਼ ਦੇ ਵਿੱਚ ਕੀ ਸੀਗਾ, ਆਪਣਾ ਪਹਿਲਾਂ ਹਰੀ ਕ੍ਰਾਂਤੀ ਜਾਂ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਆਪਣੇ ਦੇਸ਼ ਦੇ ਵਿੱਚ ਅਨਾਜ ਹੀ ਨਹੀਂ ਪੂਰਾ ਹੁੰਦਾ ਸੀਗਾ। ਪਰ ਜਦੋਂ ਹੁਣ ਆਪਾਂ ਫੂਡ ਸਰਪਲਸ ਕੰਟਰੀ ਬਣੇ, ਫੂਡ ਸਰਪਲਸ ਕੰਟਰੀ ਬਣ ਕੇ ਕੀ ਕੀਤਾ, ਹੁਣ ਆਪਾਂ ਨੇ ਦੇਸ਼ ਦੇ ਲੋਕਾਂ ਦੇ ਲਈ ਲੈਵਲ ਆਫ ਨਿਊਟ੍ਰੀਸ਼ਨ ਚੱਕਣਾ ਹੈਗਾ ਕਿ ਲੋਕਾਂ ਨੂੰ ਜਿਹੜਾ ਹੈ ਪੌਸ਼ਟਿਕ ਆਹਾਰ, ਜਿਹੜਾ ਨਿਊਟ੍ਰੀਸ਼ਨ ਲੈਵਲ ਉਹਨਾਂ ਦੇ ਖਾਣੇ 'ਚ ਹੋਣਾ ਚਾਹੀਦਾ, ਐਟਲੀਸਟ ਉਹਨਾਂ ਤਾਂ ਮਿਲ ਸਕੇ। ਤਾਂ ਹੁਣ ਜਿਹੜਾ ਗਰੀਬ ਤਬਕਾ ਹੁੰਦਾ ਜੀ, ਉਹਨਾਂ ਲਈ ਸਰਕਾਰ ਕੀ ਕਰਦੀ ਹੈ, ਅਲੱਗ-ਅਲੱਗ ਲੈਵਲ ਤੇ ਤੁਸੀਂ ਸੁਣਿਆ ਹੋਵੇਗਾ ਕਿਸੇ ਦਾ ਨੀਲਾ ਕਾਰਡ ਬਣਿਆ ਹੋਇਆ, ਕਿਸੇ ਦਾ ਹਰਾ ਕਾਰਡ ਬਣਿਆ ਹੋਇਆ। ਤਾਂ ਉਹਦੇ 'ਚ ਕੀ ਹੈ, ਸਸਤੇ ਰੇਟ ਤੇ ਕਣਕ ਹੋ ਗਏ, ਚਾਵਲ ਹੋ ਗਏ, ਦਾਲਾਂ ਹੋ ਗਈਆਂ, ਇਹ ਪ੍ਰੋਵਾਈਡ ਕਰਨ ਦਾ ਕੰਮ ਕੀਤਾ ਜਾਂਦਾ ਹੈਗਾ ਡਿਪੂਆਂ ਦੇ ਉੱਤੇ। ਸਰਕਾਰੀ ਡਿਪੂ ਜਿਹੜੇ ਹੁੰਦੇ ਨੇ, ਪਬਲਿਕ ਡਿਸਟ੍ਰੀਬਿਊਸ਼ਨ ਸੈਂਟਰ ਜਿਹੜੇ ਹੁੰਦੇ ਨੇ, ਠੀਕ ਹੈ ਜੀ। ਤੇ ਇਹਦੇ ਥਰੂ ਕੀ ਕਰਦੀ ਹੈਗੀ ਹੈ ਸਰਕਾਰ, ਐਟਲੀਸਟ ਉਹ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈਗੀ ਹੈ ਤਾਂ ਕਿ ਲੋਕਾਂ ਦਾ ਨਿਊਟ੍ਰੀਸ਼ਨ ਪੱਧਰ ਨੂੰ ਉੱਚਾ ਚੱਕਿਆ ਜਾ ਸਕੇ। ਤੇ ਲੋਕਾਂ ਦੀ ਪਬਲਿਕ ਹੈਲਥ ਦਾ ਸੁਧਾਰ ਕਰਨਾ ਜੀ। ਲੋਕਾਂ ਦੀ ਹੈਲਥ ਦਾ ਸੁਧਾਰ ਕਿਵੇਂ ਕਰਨਾ ਹੋਊਗਾ, ਇੱਕ ਤੁਸੀਂ ਰੀਸੈਂਟਲੀ ਹੁਣ ਪਿੱਛੇ ਜੀ ਸਕੀਮ ਚੱਲੀ ਸੀ ਜੀ ਸਰਕਾਰ ਦੀ, ਆਯੁਸ਼ਮਾਨ ਭਾਰਤ। ਉਹਦੇ ਵਿੱਚ ਕੀ ਹੈ, ਇੱਕ ਪਰਿਵਾਰ ਦਾ 2-2.5 ਲੱਖ ਰੁਪਏ ਤੱਕ ਦਾ ਜਿਹੜਾ ਹੈਗਾ ਸਰਕਾਰ ਫ੍ਰੀ 'ਚ ਇਲਾਜ ਕਰਵਾ ਸਕਦੀ ਹੈਗੀ ਆ। ਹੁਣ ਅਲੱਗ-ਅਲੱਗ ਤਰੀਕੇ, ਉਹੀ ਪਬਲਿਕ ਹੈਲਥ ਦਾ ਹੁਣ ਕੀ ਹੋ ਗਿਆ ਜੀ ਕਿ ਜਨਤਾ ਦੀ ਸਿਹਤ ਦੇ ਵਿੱਚ ਆਪਾਂ ਨੇ ਸੁਧਾਰ ਕਰਨਾ ਹੈ। ਤਾਂ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਹੈ ਪੋਲਿਸੀਜ਼ ਨੂੰ ਸਰਕਾਰ ਆਪਦੇ ਫਰੇਮਵਰਕ ਦੇ ਵਿੱਚ ਯੂਜ਼ ਕਰਦੀ ਹੈਗੀ ਹੈ, ਇਹਨਾਂ ਆਈਡੀਓਲੋਜੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਦੇ ਹੋਏ। ਤੇ ਹੈਲਥ ਦੇ ਵਿੱਚ ਹੁਣ ਜਿਹੜਾ ਹੈਗਾ ਜੀ ਕਿਤੇ ਨਾ ਕਿਤੇ ਹੁਣ ਬੱਚਿਆਂ ਦੀ ਹੈਲਥ ਦੇ ਲਈ ਜਿਵੇਂ ਛੋਟੇ ਹੁੰਦਿਆਂ ਦੇ ਆਪਣੇ ਪੋਲੀਓ ਦੇ ਟੀਕੇ ਲਗਾਤੇ, ਜਾਂ ਕਰੋਨਾ ਦੇ ਟਾਈਮ ਤੇ ਤੁਸੀਂ ਸਾਰਿਆਂ ਦੇ ਵੈਕਸੀਨ ਲੱਗੀ ਹੋਊਗੀ, ਸਰਕਾਰ ਨੇ ਕਿਹੜਾ ਕਿਸੇ ਤੋਂ ਪੈਸੇ ਲਏ ਨੇ, ਕਿ ਪਬਲਿਕ ਹੈਲਥ ਦਾ ਧਿਆਨ ਤਾਂ ਉੱਥੇ ਵੀ ਰੱਖਿਆ ਗਿਆ ਹੈਗਾ। ਇਸ ਤੋਂ ਇਲਾਵਾ ਕੀ ਹੈ ਜੀ,
ਸਰਕਾਰ ਨੇ ਜਦੋਂ ਕਰੋਨਾ ਦੇ ਟਾਈਮ ਤੇ ਲੋਕਡਾਊਨ ਲੱਗਿਆ ਸੀਗਾ ਤਾਂ ਲੋਕਾਂ ਦੇ ਅਕਾਊਂਟ ਦੇ ਵਿੱਚ ਵੀ ਪੈਸੇ ਪਾਏ ਤਾਂ ਕਿ ਜੋ ਹੈ ਲੋਕ ਆਪਣੇ ਐਟਲੀਸਟ ਖਾਣੇ ਦੇ ਲਈ ਤਾਂ ਚੀਜ਼ਾਂ ਪ੍ਰੋਕਿਓਰ ਕਰ ਸਕਣ ਤਾਂ ਕਿ ਭੁੱਖੇ ਨਾ ਮਰਨ ਲੋਕ, ਨਿਊਟ੍ਰੀਸ਼ਨ ਲੈਵਲ ਉਹਨਾਂ ਦਾ ਬਣਿਆ ਰਹੇ। ਤਾਂ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਹੈ ਸਰਕਾਰ ਇਹਨਾਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰਨ ਦਾ ਕੰਮ ਕਰਦੀ ਹੈਗੀ ਆ। ਠੀਕ ਹੈ ਜੀ, ਸੋ ਅੱਜ ਦੇ ਲੈਕਚਰ ਦੇ ਵਿੱਚ ਗਾਈਜ਼ ਇੰਨਾ ਹੀ, ਤੇ ਜਿਹੜੇ ਗਾਂਧੀਅਨ ਪ੍ਰਿੰਸੀਪਲ ਤੇ ਇੰਟੈਲੈਕਚੁਅਲ ਪ੍ਰਿੰਸੀਪਲ ਰਹਿ ਗਏ ਜੀ ਉਹ ਆਪਾਂ ਇਸ ਤੋਂ ਨੈਕਸਟ ਲੈਕਚਰ ਦੇ ਵਿੱਚ ਕਰ ਲਾਂਗੇ, ਕਿਉਂਕਿ ਲੈਕਚਰ ਜਿੰਨਾ ਸ਼ਾਰਟ ਰਹੇ ਜੀ ਮਤਲਬ ਉਸ ਦੇ ਵਿੱਚ ਉਨਾ ਹੀ ਜ਼ਿਆਦਾ ਐਕਸਪਲੇਨ ਕੀਤਾ ਜਾਂਦਾ, ਕਿਉਂਕਿ ਜ਼ਿਆਦਾ ਲੰਬਾ ਲੈਕਚਰ ਰੱਖ ਕੇ ਕੀ ਹੈ ਉਹਦੇ ਵਿੱਚ ਫਿਰ ਕੰਸਿਸਟੈਂਸੀ ਮੇਨਟੇਨ ਰੱਖਣੀ ਤੁਹਾਨੂੰ ਔਖੀ ਹੋ ਜਾਂਦੀ ਹੈਗੀ ਹੈ। ਸਾਰਾ ਡਾਟਾ ਇੰਨੀ ਦੇਰ ਦੇ ਵਿੱਚ ਥੋੜਾ ਜਿਹਾ ਰਿਟੇਨ ਕਰਨਾ ਵੀ ਔਖਾ ਹੋ ਜਾਂਦਾ, ਥੋੜਾ ਥੋੜਾ ਕਰਕੇ ਜਿਹੜਾ ਹੈ ਚੀਜ਼ਾਂ ਯਾਦ ਵੀ ਹੋ ਜਾਂਦੀਆਂ ਨੇ ਤੇ ਲੰਬੇ ਟਾਈਮ ਤੱਕ ਚੰਗੇ ਤਰੀਕੇ ਨਾਲ ਯਾਦ ਹੋ ਜਾਣਗੀਆਂ। ਠੀਕ ਹੈ ਜੀ, ਸੋ ਮਿਲਦੇ ਹਾਂ ਜੀ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।